खट्टर साहब ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਬਕਾਇਦਾ ਇਸ ਗੱਲ ਦਾ ਆਦੇਸ਼ ਦਿੱਤਾ ਹੈ ਕਿ ਖੇਤੀ ਕਾਨੂੰਨ ਦੇ ਹੱਕ 'ਚ ਜਿਹੜੀਆਂ ਰੈਲੀਆਂ ਉਹ ਬਾਬਾ ਬੰਦ ਕੀਤੀਆਂ ਜਾਣ। ਬਹੁਤ ਕੁਝ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ ਵਾ ਸਾਰਾ ਕੁਝ, ਜਿਵੇਂ ਉਹਨੇ ਹਰਿਆਣੇ 'ਚ ਜੋ ਕੁਝ ਕਿਹਾ ਖੱਟਰ ਨੂੰ ਵੀ ਤੁਸੀਂ ਕਿਸਾਨਾਂ ਦੇ ਹੱਕ, ਕਿਸਾਨਾਂ ਆਪਣੇ ਕਾਨੂੰਨਾਂ ਦੇ ਹੱਕ ਵਿੱਚ ਪ੍ਰੋਗਰਾਮ ਨਾ ਕੀਤੇ ਜਾਣ। ਤੁਸੀਂ ਵੇਖੋਗੇ ਵੀ ਇਹ ਭਾਜਪਾ ਨੂੰ ਜੋਗੀ ਜੀ ਨੂੰ ਵੀ ਕਹਿਣਾ ਪੈਣਾ। ਯੂਪੀ 10 ਦਿਨ ਤੁਸੀਂ ਖੜ ਜਾਓ, ਯੂਪੀ 'ਚ ਵੀ ਪਿੰਡਾਂ 'ਚ ਵਿਰੋਧ ਹੋਣ ਲੱਗ ਪਿਆ, ਯੂਪੀ 'ਚ ਵੀ ਕਹਿਣਾ ਪਊ ਜੋਗੀ ਜੀ ਨੂੰ। ਖੇਤੀ ਮੰਤਰੀ ਤੋਮਰ ਜੀ ਨੂੰ ਇਹ ਮੰਨਣਾ ਪਿਆ ਸੀਗਾ ਕਿ ਅਸੀਂ ਜਿਹੜੇ ਤਿੰਨੇ ਹੀ ਕਾਨੂੰਨ ਜਿਹੜੇ ਆ ਉਹ ਟ੍ਰੇਡ ਐਂਡ ਕਮਰਸ ਦੇ ਤਹਿਤ ਬਣਾਏ ਆ। ਖੇਤੀਬਾੜੀ ਵਿਸ਼ਾ ਤੇ ਖੇਤੀਬਾੜੀ ਮੰਡੀਕਰਨ ਵਿਸ਼ਾ ਸੂਬਿਆਂ ਦਾ ਆ ਤੇ ਇਹ ਵਪਾਰੀਆਂ ਲਈ ਬਣਾਏ ਆ। ਭਾਜਪਾ ਜਿਹੜੀ ਹੈ ਇਹ ਦੋ ਮੂੰਹਾਂ ਸੱਪ ਹੈ। ਸਰਕਾਰੀ ਤੰਤਰ ਦੇ ਉੱਤੇ ਇੱਕ ਦਬਾਅ ਬਣਿਆ ਹੋਇਆ ਹੈ, ਜਿਹਦੇ ਕਰਕੇ ਭਾਜਪਾ ਨੇ ਆਪਣੀਆਂ ਗੱਲਾਂ ਬੰਦ ਕਰਨ ਜਾਣੀ ਆਪਣੇ ਮੂੰਹ ਤੇ ਚੇਪੀਆਂ ਲਾਉਣ ਦਾ ਫੈਸਲਾ ਕੀਤਾ ਹੈ ਤੇ ਖੱਟਰ ਵਰਗੇ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਮਿਹਰਬਾਨੀ ਕਰਕੇ ਤੁਸੀਂ ਹਿਮਾਇਤ ਰੈਲੀਆਂ ਬੰਦ ਕਰੋ। ਖੱਟਰ ਦਾ ਅੱਜ ਖੁੱਲ੍ਹੇਆਮ ਪ੍ਰੋਗਰਾਮ ਨਾ ਕਰਨਾ, ਉਹਦੀ ਕਿਤੇ ਨਾ ਕਿਤੇ ਨੈਤਿਕ ਤੌਰ ਤੇ ਇੰਨੀ ਮਸ਼ੀਨਰੀ ਹੁੰਦਿਆਂ ਹੋਇਆ ਹਾਰ ਮੰਨਣੀ ਆ। ਹਰ ਇੱਕ ਜਿੱਤ ਤੋਂ ਬਾਅਦ ਤੁਸੀਂ ਇੱਕ ਨੋਟਿਸ ਕਰਿਓ ਕਿ ਭਾਰਤੀ ਜਨਤਾ ਪਾਰਟੀ ਤੇ ਖੁਦ ਕੇਂਦਰ ਸਰਕਾਰ ਜਿਹੜੀ ਇਹ ਜਵਾਬੀ ਹਮਲਾ ਕਰਦੇ ਆ ਇਹ ਅੰਦੋਲਨ ਨੂੰ ਕਰਾਹੇ ਪਾਉਣ ਦਾ, ਭੰਡੀ ਪ੍ਰਚਾਰ ਕਰਨ ਦਾ, ਕੋਈ ਨਾ ਕੋਈ ਦੋਸ਼ ਲਾਉਣ ਦਾ। ਅਗਰ ਪ੍ਰਧਾਨ ਮੰਤਰੀ ਸਾਹਿਬ ਨੂੰ ਇੰਨਾ ਹੀ ਯਕੀਨ ਹੈ ਇਸ ਬਿੱਲਾਂ ਤੇ ਕਾਨੂੰਨਾਂ ਤੇ ਉਹ ਵਾਰ-ਵਾਰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹਨੂੰ ਪੋਸਟਪੋਨ ਕਿਉਂ ਕਰ ਰਿਹਾ? ਅਸੀਂ ਲਗਾਤਾਰ ਡਿਬੇਟਾਂ 'ਚ ਕਹਿੰਦੇ ਹੁੰਦੇ ਵੀ ਤੁਸੀਂ ਪੰਜਾਬ ਦਾ ਕੁਝ ਸਵਾਰ ਨਹੀਂ ਸਕਦੇ, ਤੁਸੀਂ ਕੇਂਦਰ ਤੱਕ ਪੰਜਾਬ ਦੇ ਲੋਕਾਂ ਦੀ ਆਵਾਜ਼ ਪਹੁੰਚਾ ਨਹੀਂ ਸਕਦੇ। ਘੱਟੋ ਘੱਟ ਇਸ ਕਿਸਮ ਦੇ ਭੜਕਾਊ ਬਿਆਨ ਦੇਣਾ ਤੇ ਬੰਦ ਕਰ ਲਓ। ਜੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਵਿਰੁੱਧ ਨਹੀਂ ਬੋਲਣਾ, ਅਸੀਂ ਚੰਗੀ ਗੱਲ ਕਹਾਂਗੇ ਵੀ ਚੱਲ ਤੁਸੀਂ ਆਪਦੀ ਗੱਲ ਤਾਂ ਦਿੱਲੀ ਤੋਂ ਨਹੀਂ ਬਣਾ ਸਕਦੇ, ਘੱਟੋ ਘੱਟ ਜ਼ਮਾਨਬੰਦੀ ਕਰ ਲਓ। ਜਿਸ ਤਰੀਕੇ ਨਾਲ ਹੁਣ ਪੰਜਾਬ ਦੇ ਲੀਡਰਾਂ ਦੀ ਚੁੱਪੀ, ਪੰਜਾਬ ਦੇ ਲੀਡਰਾਂ ਦੀ ਗੱਲ ਤੇ ਇਹ ਆ ਵੀ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਭਾਜਪਾ ਜਿਹੜੀ ਬਿਆਨ ਦੇ ਰਹੀ ਆ ਉਹ ਪੰਜਾਬ ਦੇ ਅਮਨ ਲਈ ਇੱਕ ਖਤਰਾ ਹੈ, ਪਰ ਭਾਜਪਾ ਨੇ ਬਾਰ-ਬਾਰ ਕਹਿ ਰਿਹਾ ਹੈ ਕਿ ਜੀ ਕਿਸਾਨੀ ਅੰਦੋਲਨ ਹੈ, ਉੱਥੇ ਖਾਲਿਸਤਾਨੀ ਐਲੀਮੈਂਟ ਹੈ, ਉੱਥੇ ਨਕਸਲੀ ਐਲੀਮੈਂਟ ਹੈ, ਕਿਸਾਨ ਪਰੇਡ ਨਾ ਕੀਤੀ ਜਾਏ ਗੜਬੜ ਹੋ ਸਕਦੀ ਹੈ, ਇਹ ਕਿਹਾ ਜਾ ਰਿਹਾ ਹੈ। ਤੇ ਹੁਣ ਉਹਨੂੰ ਡਰਦਿਆਂ ਨੇ ਚੁੱਪੀ ਸਾਧੀ ਹੈ। ਇਹਨੂੰ ਇਹ ਨਾ ਸੋਚੋ ਵੀ ਇਹ ਕੋਈ ਹਮਦਰਦੀ ਜਾ ਗਈ ਆ। ਹਰਿਆਣੇ 'ਚ ਵੀ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੀ ਵਿਧਾਨ ਸਭਾ 'ਚ ਸਮਾਗਮ ਨਹੀਂ ਕਰਨ ਦਿੱਤਾ ਤੇ ਹੋਮ ਮਿਨਿਸਟਰ ਸਾਹਿਬ ਨੇ ਬੁਲਾ ਕੇ ਕਿਹਾ ਵੀ ਇਹ ਸਮਾਗਮ ਪੋਸਟਪੋਨ ਕਰ ਦਿਓ, ਤੇ ਇਸ ਕਰਕੇ ਥੋੜਾ ਬੈਕਫੁੱਟ ਤੇ ਆ। ਜੇ ਕੋਈ 10-12 ਟਰੈਕਟਰਾਂ ਤੇ ਅਗਲੇ ਬੰਨੇ ਕੁਝ ਲਵਾ ਲਿਆ ਨੌਜਵਾਨਾਂ ਨੇ, ਉਹਨੂੰ ਛਾਲ ਕਿਹੜੇ ਹਿਸਾਬ ਨਾਲ ਦਿੱਤਾ ਵਾ, ਉਹਨੂੰ ਬਦਨਾਮ ਕਿਹੜੇ ਹਿਸਾਬ ਨਾਲ ਕੀਤਾ ਵਾ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਤੇ ਕਿਸਾਨਾਂ ਵਿਚਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ MSP ਨੂੰ ਕਾਨੂੰਨੀ ਮਾਨਤਾ ਦਿਵਾਉਣ ਦੇ ਮੁੱਦੇ ਤੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ। ਇਹ ਵੱਖਰੀ ਗੱਲ ਹੈ ਕਿ ਇੰਨੇ ਸਮੇਂ 'ਚ ਕਿਸਾਨੀ ਅੰਦੋਲਨ ਨੂੰ ਬਹੁਤ ਸਾਰੇ ਝੱਖੜ ਝੋਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਕਿਸਾਨੀ ਅੰਦੋਲਨ ਇੱਕ ਜਨ ਸ਼ਕਤੀ ਬਣ ਕੇ ਸਰਕਾਰ ਦੇ ਸਾਹਮਣੇ ਖੜਾ ਹੈ, ਜਾਣੀ ਕਿ ਅਖੰਡ ਭਾਰਤ ਦੀ ਅਖੰਡ ਤਸਵੀਰ। ਦੂਜੇ ਪਾਸੇ ਸਥਿਤੀ ਇਹ ਬਣੀ ਹੋਈ ਹੈ, ਮੈਂ ਅੱਜ ਡਿਬੇਟ ਲਈ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ। ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਜਿਹੜੇ ਨੇਤਾ ਹੈਗੇ ਆ, ਮਹਿਮਾਨ ਹੈਗੇ ਆ, ਉਹਨਾਂ ਨੂੰ ਬੇਨਤੀ ਕੀਤੀ ਡਿਬੇਟ ਤੇ ਆਉਣ ਲਈ। ਉਹਨਾਂ ਸਾਰਿਆਂ ਦਾ ਜਵਾਬ ਇਹ ਸੀ ਕਿ ਸਾਨੂੰ ਪਾਰਟੀ ਦੀ ਹਦਾਇਤ ਹੈ ਕਿ ਕੁਝ ਦਿਨਾਂ ਲਈ ਕਿਸਾਨਾਂ ਦੇ ਮੁੱਦੇ ਤੇ ਕੋਈ ਗੱਲ ਨਾ ਕੀਤੀ ਜਾਵੇ। ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਹਮਾਇਤ 'ਚ ਭਾਜਪਾ ਵਾਲੇ ਭੁੱਖ ਹੜਤਾਲ ਤਾਂ ਨਹੀਂ ਰੱਖ ਸਕੇ, ਪਰ ਮੂੰਹ ਤੇ ਚੇਪੀਆਂ ਜ਼ਰੂਰ ਲਗਾ ਲਈਆਂ। ਕੇਵਲ ਇੰਨਾ ਹੀ ਨਹੀਂ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਬਕਾਇਦਾ ਇਸ ਗੱਲ ਦਾ ਆਦੇਸ਼ ਦਿੱਤਾ ਹੈ ਕਿ ਖੇਤੀ ਕਾਨੂੰਨ ਦੇ ਹੱਕ 'ਚ ਜਿਹੜੀਆਂ ਰੈਲੀਆਂ ਉਹ ਬਾਬਾ ਬੰਦ ਕੀਤੀਆਂ ਜਾਣ। ਬਹੁਤ ਕੁਝ ਸਾਹਮਣਾ ਕਰਨਾ ਪੈ ਰਿਹਾ। 26 ਜਨਵਰੀ ਗਣਤੰਤਰ ਦਿਵਸ, ਬਕਾਇਦਾ ਇਸ ਗੱਲ ਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਦਰਸ਼ਕਾਂ ਦੀ ਗਿਣਤੀ ਕਾਫੀ ਘਟਾਈ ਜਾਵੇ। ਕਿਹਾ ਤਾਂ ਇਹ ਗਿਆ ਕਿ ਕਰੋਨਾ ਕਾਰਨ ਹੋਇਆ। ਭਾਜਪਾ ਵਾਲੇ ਜੇ ਇਹੀ ਸੰਜਮ ਕਿਸਾਨੀ ਮੀਟਿੰਗਾਂ 'ਚ ਵਰਤ ਲੈਣ ਜਾਂ ਮੀਡੀਆ ਦਾ ਇੱਕ ਹਿੱਸਾ ਉਸ ਨੂੰ ਇਸ ਤਬਦੀਲੀ ਦੀ ਸਮਝ ਆ ਜਾਵੇ
ये देश इन्ना बुरा भी नहीं है, भला हो सकता है। इन्हां मुद्दों ते मेरे नाल पैनल च आउण लई इस वेले जिहड़े साडे खास मेहमान जुड़ चुके ने, किसान नेता जिहड़े कि दिल्ली के बार्डर तो साडे नाल संपर्क च ने, सरवण सिंह पंदेर जी, साडे नाल दूजे आम आदमी पार्टी के बुलारे जगतार सिंह संघेड़ा जी, साडे नाल तीजे बुलारे बलविंदर सिंह कंग, जिन्हां ने भाजपा नूं अलविदा कही है ते हुण मध्य प्रदेश च किसानी अंदोलन नूं कर रहे ऐलानबंद। मैं तिन्ने मेहमानों नूं अपने पैनल ते आउण लई तुहाडे सारिआं वल्लों जी आखदा, वेलकम करदा। पंदेर साहब, पहला सवाल, इस वेले लगता है कि किसानी अंदोलन का सरकारी तंत्र के उत्ते एक दबाव बनया हुआ है, जिहदे करके भाजपा ने अपनियां गल्लां बंद करन जानी अपने मूँह ते चेपियां लाउण दा फैसला किया है ते खट्टर वर्गे मुख मंत्री नूं कहा गया है कि मेहरबानी करके तुसीं हिमायत रैलियां बंद करो। किवें देखदे हो इस दबाव नूं जो उभर के सामने स्पष्ट तौर पर नजर आ रहा है? पंदेर जी, देखो, ਇਹ ਅੰਦੋਲਨ ਪੰਜਾਬ ਤੋਂ ਚੱਲਿਆ ਪੂਰੇ ਦੇਸ਼ ਵਿੱਚ ਫੈਲ ਰਿਹਾ ਵਾ ਤੇ ਸਰਕਾਰ ਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ ਵਾ ਸਾਰਾ ਕੁਝ। ਜਿਵੇਂ ਉਹਨੇ ਹਰਿਆਣੇ 'ਚ ਜੋ ਕੁਝ ਕਿਹਾ ਖੱਟਰ ਨੂੰ ਵੀ ਤੁਸੀਂ ਕਿਸਾਨਾਂ ਦੇ ਹੱਕ, ਕਿਸਾਨਾਂ ਆਪਣੇ ਕਾਨੂੰਨਾਂ ਦੇ ਹੱਕ ਵਿੱਚ ਪ੍ਰੋਗਰਾਮ ਨਾ ਕੀਤੇ ਜਾਣ, ਤੁਸੀਂ ਵੇਖੋਗੇ ਵੀ ਇਹ ਭਾਜਪਾ ਨੂੰ ਜੋਗੀ ਜੀ ਨੂੰ ਵੀ ਕਹਿਣਾ ਪੈਣਾ। ਯੂਪੀ 'ਚ 10 ਦਿਨ ਤੁਸੀਂ ਖੜ ਜਾਓ, ਯੂਪੀ 'ਚ ਵੀ ਪਿੰਡਾਂ 'ਚ ਵਿਰੋਧ ਹੋਣ ਲੱਗ ਪਿਆ, ਯੂਪੀ 'ਚ ਵੀ ਕਹਿਣਾ ਪਊ ਜੋਗੀ ਜੀ ਨੂੰ ਵੀ ਤੁਸੀਂ ਪਿੰਡਾਂ 'ਚ ਪ੍ਰੋਗਰਾਮ ਨਾ ਕਰੋ, ਕਿਉਂਕਿ ਇਹ ਪੂਰੇ ਦੇਸ਼ ਵਿੱਚ ਦੁਨੀਆ ਵਿੱਚ ਫੈਲ ਰਿਹਾ ਅੰਦੋਲਨ। ਇਸ ਕਰਕੇ ਵੇਖੋ, ਅਖਲਾਕੀ ਤੌਰ ਤੇ ਕਿਸਾਨ ਪਹਿਲੋਂ ਵੀ ਜਿੱਤੇ ਸੀ, ਇਹ ਮਾਸ ਮੂਵਮੈਂਟ ਆ ਤੇ ਇੱਕ ਤਾਕਤ ਬਣਾ ਕੇ ਇਕਮੁੱਠ ਹੋ ਕੇ ਜੇ ਕਿਸਾਨ ਅੰਦੋਲਨ ਚਲਾ ਰਹੇ ਤੇ ਕਿਸਾਨ ਅੰਦੋਲਨ ਦੀ ਸਾਰੀ ਜਾਣੇ ਉਹ ਹਰਿਆਣੇ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਆ। ਕਿਉਂਕਿ ਹਰਿਆਣਾ ਅਸੀਂ ਕਿਹਾ ਸੀ ਖੱਟੜ ਦੇ ਪਿਪਲੀ ਵਾਲੀ ਰੈਲੀ ਤੋਂ ਲੈ ਕੇ ਪੰਜਾਬ ਦਾ ਦਿੱਲੀ ਤੱਕ ਵਧਣ ਤੱਕ ਪੂਰਾ ਜ਼ੋਰ ਲਾ ਕੇ ਕਿਸਾਨਾਂ ਨੂੰ ਕੁੱਟਣ ਦਾ ਯਤਨ ਕੀਤਾ, ਕੇਸ ਪਾਏ 302 307 ਦੇ ਪੂਰਾ ਜ਼ੁਲਮ ਕੀਤਾ। ਪਰ ਇਹਦੇ ਬਾਵਜੂਦ ਲੋਕ ਬਾਹਰ ਨਿਕਲੇ ਨੇ ਤੇ ਅਸੀਂ ਉਦੋਂ ਕਹਿੰਦੇ ਹੁੰਦੇ ਸੀ ਹਰਿਆਣਾ ਵਾਲਿਆਂ ਨੂੰ ਵੀ ਹਰਿਆਣਾ ਜਿੱਤੂਗਾ, ਖੱਟੜ ਹਾਰੂਗਾ। ਤੇ ਖੱਟੜ ਦਾ ਅੱਜ ਖੁੱਲ੍ਹੇਆਮ ਪ੍ਰੋਗਰਾਮ ਨਾ ਕਰਨਾ, ਉਹਦੀ ਕਿਤੇ ਨਾ ਕਿਤੇ ਨੈਤਿਕ ਤੌਰ ਤੇ ਇੰਨੀ ਮਸ਼ੀਨਰੀ ਹੁੰਦਿਆਂ ਹੋਇਆ ਹਾਰ ਮੰਨਣੀ ਆ। ਪਰ ਇਹਦੇ ਬਾਵਜੂਦ ਸਰਕਾਰ ਜਿਹੜੀ ਆ ਉਹ ਜਿਹੜੀ ਉਹਨਾਂ ਸਾਹਮਣੇ ਕੰਧ ਤੇ ਲਿਖੀ ਗੱਲ ਆ ਉਹਨੂੰ ਅਜੇ ਪੜ੍ਹਨ ਨੂੰ ਤਿਆਰ ਨਹੀਂ ਹੈਗੀ। ਸਮਾਂ ਆਊਗਾ ਲੋਕ ਇਹ ਵੀ ਉਹਨਾਂ ਨੂੰ ਮਜਬੂਰ ਕਰ ਦੇਣਗੇ। जी पंदेर साहब, तुसीं कहा कि सरकार कंध ते लिखिया पढ़न लई तैयार नहीं, बिल्कुल जो सामने नज़र आ रहा तुसीं ठीक कह रहे हो। पर जिस तरीके नाल पंजाब दे विच मैं भाजपा दे आगूआं नाल गल कीती, उन्होंने कहा कि नहीं असीं अज डिबेटां 'च नहीं आउणा, असीं किसानी मुद्दਿਆਂ ते कोई गल नहीं करनी। उन्हां दा गल करन दा भाव है कि किसानां दे विरुद्ध बोलना, वो कहंदे असीं नहीं बोलना। ये भी किते दबाव जिहड़ा हैगा बनदा नज़र आ रहा पंजाब दे अंदर। पहली वारी ये गल आई है कि असीं जिहड़ा डिबेटां 'च जां मीडिया 'च किसानी के खिलाफ नहीं जा रहे। देखो, मैं कहना वा, देखो सरकार क्योंकि पंजाब वाली जिन्नी इकाई आ कुछ बंदे छड्ड के जिस किस्म की भाषा वरत रहे, बोली बोल रहे हैं, पंजाबियों नूं खास करके नौजवानों नूं फसकाउण वाली आ, भड़काउण वाली आ। और असीं लगातार डिबेटां कहंदे हुंदे भी तुसीं पंजाब दा कुछ सवार नहीं सकदे, तुसीं केंद्र तक पंजाब दे लोकां दी आवाज़ पहुंचा नहीं सकदे। घट्टो घੱਟ इस किस्म के भड़काऊ बयान देना तो बंद कर लो। जो उन्होंने कहा कि असीं किसानां विरुद्ध नहीं बोलना, असीं चंगी गल कहांगे भी चल तुसीं आपदी गल तां दिल्ली को नहीं बना सकदे, घट्टो घੱਟ जमानबंदी कर लो, घट्टो घੱਟ तुहाडी इस पक्ष तो साडे सामने हमदर्दी आऊगी। पर हाले भी दुख है भाजपा के कुछ लीडर जिस किस्म की भाषा वरतदे आ, वो पंजाब के अमन कानून लई सब तो वड्डा खतरा वा। तो उन्होंने सोचना चाहिए जिम्मेवारी है। मैं थोड़े चैनल से कर लाँगा, जिवें खट्टड़ ने जुल्म किया, जोगी ने किया, इस तरीके ना उत्तराखंड साडा बयान को दसो सी कोई इस किस्म का दिता हो व्यक्तिगत तौर पर उन्होंने निजी कोई इस किस्म के बयान किसान लीडर के भड़काऊ होण क्यों बोलीए? ठीक है, नीति का विरोध है, चलता रहता होंदा। सो इस करके चंगी गल है जो भाजपा के लीडर ऐ सोच रहे हैं। पंदेर साहब, तुसीं बहुत वड्डी गल कीती है कि भाजपा जिहड़ी बयान दे रही है वो पंजाब के अमन लई एक खतरा है। पर भाजपा ने बार बार कह रहे हैं कि जी किसानी अंदोलन है, उत्थे खालिस्तानी एलीमेंट है, उत्थे नक्सली एलीमेंट है, किसान परेड ना की जाए गड़बड़ हो सकती है। कहा जा रहा है कि 26 की बजाय 27 नूं जिहड़ी ट्रैक्टर परेड कर लो क्योंकि खतरा खड़ा हो सकता है। जी पंदेर जी,
हाँ जी, जिन्नी कि मैनू समझ आई आवाज थोड़ी बहुत घट है, पूरा जोर ला के सुन रहा। असल में यह भी वेखो जिहड़ा भाजपा वा जिवें जे सरकार में जिहड़ा 26 का प्रोग्राम आया, जिवें उहनूं खालिस्तान का टप्पा ला के प्रचारण का यतन किया, यह मंदभागा वा। देखो किसान अंदोलन है, असीं साफ कहने भी जिन्नियां जथेबंदियां अंदोलन कर रही वो एक भारत के विधान के घेरे के अंदर का अंदोलन है अजे तक, ठीक है। तो संविधान उन्होंने हक मिले आप का अंदोलन करना, फिर इस किस्म की इल्जामबाजी कर रही, वो 4 मुद्दों के पूरे देश के सारे लोगों नाल लेके लड़ रहे हैं। यह भाजपा की सोची समझी चाल आ, इन्हों का IT सैल बहुत तगड़ा वा। जे कोई 10-12 ट्रैक्टर से अगले बन्ने कुछ लवा लिया नौजवानों ने, उन्होंने उछाल कि हिसाब न दिता वा, उन्होंने बदनाम कि हिसाब न किया वा। सो लगातार इस किस्म का किसानों बदनाम कर लोगों बदनाम कर ली। तो मैनू लगता भी इस किस्म का जिहड़ा वा हथकंडे आ गलत आ। तुसीं मैनू नहीं लगता दुनिया च इस किस्म के अंदोलन होणगे। ये देखो हिंसा दे की खट्टड़ ने, सड़कां पुट्टियां खट्टड़ ने। तुहाडे कोल कोई वीडियो है भी जिस कोई वट्टा मारदा किसान तुहानूं दिखिया होवे, किसी ने कोई हथ चुक्या होवे? जी। फिर जिहड़े हिंसा करदे आ वो मनदे नहीं, जिहड़े लोग पीसफुली कुट भी खांदे आ, पानी भी छड्डदे आ, जुगे ते अंदोलन भी करदे आ, उन्होंने बदनाम क्यों किया जा रहा है? साडी समझ तो पासे दी गल्लां। ओके पंडित साहब, मेहरबानी, तुसीं साडे नाल बने रहो। मैं इस मुद्दे ते होर भी सवाल लवांगा तुहाडे कोलों। जगतार सिंघड़ा जी, जिस तरह दी परिस्थितियां बणियां, लगदा है कि हुण किसानी अंदोलन का दबाव स्पष्ट रूप च नजर आ रहा है। बेशक पंडित जी कह रहे हैं कि अजे सरकार टस तो मस नहीं हो रही, पर जिहड़ा दबाव का रूप है, जिहड़े मैं कमेंट कीते उन्हां तो साफ नजर आउंदा है कि भाजपा नूं इस हद ते आउणा पिया कि अपनी जुबान बंद करके किसानां दे खिलाफ जिहड़ी बोली है वो बंद की जाए। ਜਿਹੜਾ ਇੰਟੈਲੈਕਚੁਅਲ ਦਬਾਅ ਸਿੱਧੂ ਸਾਹਿਬ ਕਿਸਾਨਾਂ ਦੀ ਜਥੇਬੰਦੀਆਂ ਦਾ ਤੇ ਮੂਵਮੈਂਟ ਦਾ ਅੰਦੋਲਨ ਦਾ ਬਣ ਗਿਆ ਸੀ ਨਾ, ਉਹ ਤਾਂ ਉਦੋਂ ਹੀ ਬਹੁਤ ਜ਼ਬਰਦਸਤ ਬਣ ਗਿਆ ਸੀਗਾ ਜਦੋਂ ਖੇਤੀ ਮੰਤਰੀ ਤੋਮਰ ਜੀ ਨੂੰ ਇਹ ਮੰਨਣਾ ਪਿਆ ਸੀਗਾ ਕਿ ਅਸੀਂ ਜਿਹੜੇ ਤਿੰਨੇ ਹੀ ਕਾਨੂੰਨ ਜਿਹੜੇ ਆ ਉਹ ਟ੍ਰੇਡ ਐਂਡ ਕਮਰਸ ਦੇ ਤਹਿਤ ਬਣਾਏ ਆ। ਖੇਤੀਬਾੜੀ ਵਿਸ਼ਾ ਤੇ ਖੇਤੀਬਾੜੀ ਮੰਡੀਕਰਨ ਵਿਸ਼ਾ ਸੂਬਿਆਂ ਦਾ ਆ ਤੇ ਇਹ ਵਪਾਰੀਆਂ ਲਈ ਬਣਾਏ ਆ। ਤੇ ਉਸ ਤੋਂ ਇਲਾਵਾ ਬਾਕੀ ਵਿੱਚ ਜਿੰਨੇ ਦੋਸ਼ ਦੋਸ਼ਪੂਰਨ ਸੀਗਾ ਇਹ ਐਕਟ, ਇਹ ਜਿੰਨੀਆਂ ਇਹਦੇ ਚ ਧਾਰਾਵਾਂ ਗਲਤ ਸੀਗੀਆਂ ਜੋ ਕਿਸਾਨਾਂ ਦੇ ਨਾਲ ਕਿਸਾਨਾਂ ਤੇ ਇਸ ਗੱਲ ਦਾ ਅਸਰ ਹੋਣਾ ਸੀਗਾ, ਕਿਸਾਨ ਆਗੂ ਪੰਜਾਬ ਦੇ ਵੀ ਸਾਰੇ ਬੁਲਾਰੇ ਤੇ ਉਹ 2 ਵਿਅਕਤੀ ਜਿਨ੍ਹਾਂ ਨੇ ਬਹੁਤ ਜ਼ਿਆਦਾ गलत बोलिया पंजाब के किसानों बारे, पंजाबियों बारे इन जनरल, वो भी नाल ही रट लाउण लग गए सी भी कल्ला पीपा रख लो बाकी सारा ही चेंज करा लो, कल्ला पीपा रख लो बाकी सारा ही चेंज करा लो। सो जित तो बहुत देर दी हो चुकी है। हर एक जित तो बाद तुसीं एक नोटिस करियो कि भारतीय जनता पार्टी ते खुद केंद्र सरकार जिहड़ी जवाबी हमला करदे आ अंदोलन नूं कराहे पाउण दा, भंडी प्रचार करन दा, कोई ना कोई दोष लाउण दा। जिस तरह पहला विचोलीए कदी कहते सी, कदे कुछ कहते सी कि झूठ प्रचार करते सी, ते हुण ओह इंटैलेक्चुअल लड़ाई जिहड़ी आ ओह जदों किसान जित गए, साबित करता कि कानून गलत बने आ, उस तो बाद फिर इन्होंने खालिस्तान की गल बड़े जोर शोर नाल चक्की, विचे पाकिस्तान का भी नाम लिया, कुछ होर भी गल्लां कीतियां। ईवन इत्थों तक कमीनगी की हद जिद्दां मैं कहना हुन्ना भी कमीनेपन दा मीननेस की कोई लोअर लिमिट नहीं हुंदी। ਇਹ ਇੱਥੋਂ ਤੱਕ ਥੱਲੇ ਚਲੇ ਗਏ ਕਿ NIA ਦੇ ਨੋਟਿਸ ਭਿਜਵਾਉਣ ਲੱਗ ਗਏ, ਇਹੋ ਜਿਹੀਆਂ ਏਜੰਸੀਆਂ ਦਾ ਵੀ ਵਕਾਰ ਖਰਾਬ ਕਰਨ ਲੱਗੇ, ਇਹੋ ਜਿਹੀਆਂ ਏਜੰਸੀਆਂ ਨੂੰ ਜਿਹੜੀਆਂ ਰਾਸ਼ਟਰੀ ਸੁਰੱਖਿਆ ਵਾਸਤੇ ਹੈ ਉਹਨਾਂ ਨੂੰ ਵੀ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਰਨ ਲੱਗ ਗਏ। ਸੁਪਰੀਮ ਕੋਰਟ ਨੂੰ ਵਿੱਚ ਲੈ ਆਏ, ਸੁਪਰੀਮ ਕੋਰਟ ਵਿੱਚ ਜਾਣਾ, ਹਾਈ ਕੋਰਟ ਵਿੱਚ ਜਾਣਾ, ਟ੍ਰਾਇਲ ਕੋਰਟ 'ਚ, ਲੋਅਰ ਕੋਰਟ 'ਚ ਜਾਣਾ, ਇਹ ਸਿਟੀਜ਼ਨ ਦਾ ਬੁਨਿਆਦੀ ਹੱਕ ਹੈ, ਇਨਸਾਫ ਲੈਣ ਲਈ ਆਪਸ਼ਨ ਹੈ, ਜਾਣ ਚਾਹੇ ਨਾ ਜਾਣ। ਇਹਨਾਂ ਨੇ ਉਹ ਸੁਪਰੀਮ ਕੋਰਟ ਨੂੰ ਵੀ ਵਿੱਚ ਇਨਵੋਲਵ ਕਰ ਲਿਆ। ਸੋ ਸਾਰੇ ਹੱਥ ਕੰਡੇ ਜਦੋਂ ਅਪਣਾ ਚੁੱਕੇ ਆ, ਉਹਦਾ ਵੀ ਕੋਈ ਨਾ, ਇਹ ਸਫਲ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਅਜੇ, ਮਤਲਬ ਸਥਿਤੀ ਆ ਕਿਸਾਨਾਂ ਦੇ ਹੱਕ 'ਚ ਚੱਲ ਰਹੀ ਹੈ। ਤਾਂ ਉਹ ਤੋਂ ਪਰੇਸ਼ਾਨ ਹੋ ਕੇ ਹੁਣ ਇਹਨਾਂ ਨੇ ਮੂੰਹ ਧਾਰਿਆ ਜਿਹੜਾ ਆ, ਇਹ ਕੋਈ ਇਹਦਾ ਬਹੁਤਾ ਸੰਕੇਤ ਨਹੀਂ ਹੈ ਕਿ ਸਿਆਣੀ ਗੱਲ ਕਰਨਗੇ, पर यह गल है भी किसान मूवमेंट जिथे तक पहुंच चुकी है, इन्हां दी कोई बस नहीं चलता है। बाकी जो पंधेर साहब ने दसी है ना गलबात,
ਉਹ ਇੱਕ ਮਿਸਾਲੀਆ ਹੈ ਵੀ ਕਿਸ ਤਰ੍ਹਾਂ ਕਿਹਨਾਂ परिस्थितियों ਵਿੱਚ ਕਿਸੇ ਨੇ ਇੱਕ ਵੱਟਾ ਵੀ ਨਹੀਂ ਮਾਰਿਆ। ਇੰਨਾ ਸ਼ਾਂਤਮਈ ਅੰਦੋਲਨ ਮੈਂ ਆਪਣੇ ਸਾਰੇ ਜੀਵਨ ਵਿੱਚ ਹਰ ਇੱਕ ਅੰਦੋਲਨ ਨੂੰ ਬੜੇ ਗੌਰ ਨਾਲ ਦੇਖਦਾ ਹੁੰਦਾ ਜਾਂ ਕਈਆਂ 'ਚ ਪਾਰਟਿਸਿਪੇਟ ਵੀ ਕਰਦਾ ਰਿਹਾ ਹਾਂ। ਮੈਂ ਤਾਂ ਅਜੇ ਤੱਕ ਇੰਨਾ ਸ਼ਾਂਤਮਈ ਅੰਦੋਲਨ ਨਹੀਂ ਦੇਖਿਆ। ਸਿੱਧੂ ਸਾਹਿਬ ਰੀਸੈਂਟ ਦੁਨੀਆ 'ਚ ਅੰਦੋਲਨ ਹੋਇਆ ਸੀਗਾ ਬਲੈਕ ਲਾਈਫ ਮੈਟਰਸ, USA 'ਚ ਬਹੁਤ ਵੱਡਾ ਅੰਦੋਲਨ ਸੀ, ਬਹੁਤ ਵੱਡੀਆਂ ਅੱਗਾਂ ਲਾਈਆਂ ਗਈਆਂ, ਬਹੁਤ ਲੁੱਟਮਾਰ ਹੋਈ, ਬਹੁਤ ਸਾੜਬੂਕ ਹੋਈ, ਪਰ ਅੰਦੋਲਨਕਾਰੀਆਂ ਤੇ ਕਿਸੇ ਨੇ ਦੋਸ਼ ਨਹੀਂ ਸੀ ਲਾਇਆ। ਕਿਸੇ ਨੇ ਵੀ ਨਹੀਂ ਅੰਦੋਲਨਕਾਰੀਆਂ ਨੂੰ ਇੱਦਾਂ ਭੰਡਿਆ ਜਿੱਦਾਂ ਇੱਥੇ ਕਿਸਾਨ ਅੰਦੋਲਨ ਨੂੰ ਕੇਂਦਰ ਸਰਕਾਰ ਭੰਡ ਰਹੀ ਆ। ਉਹਨਾਂ ਦੇ ਅੰਦੋਲਨ ਨੂੰ ਸਾਰੀਆਂ ਜਥੇਬੰਦੀਆਂ ਸਾਰਿਆਂ ਨੇ ਬੜਾ ਸਮਰਥਨ ਦਿੱਤਾ ਸੀਗਾ। ਇਹ ਤਾਂ ਗਿਨੀਜ਼ ਬੁੱਕ ਆਫ ਰਿਕਾਰਡ ਅੰਦੋਲਨ, ਮੈਂ ਤਾਂ ਇਹ ਕਹਿੰਦਾ ਹੁਣ ਤੱਕ ਹਿਸਟਰੀ ਲਿਖੀ ਜਾ ਰਹੀ ਆ, ਕਿਸਾਨ ਹਿਸਟਰੀ ਲਿਖ ਰਹੇ ਆ ਤੇ ਸ਼ੋਰ ਜਿੱਤ ਵੀ ਯਕੀਨੀ ਹੋਵੇਗੀ। ਓਕੇ, ਮਿਹਰਬਾਨੀ ਸਿੰਗੜਾ ਜੀ। ਕੰਗ ਸਾਹਿਬ, ਤੁਸੀਂ ਸਿੱਧੇ ਤੌਰ ਤੇ ਸੰਘਰਸ਼ 'ਚ ਵੀ ਕੁੱਦੇ ਹੋ, ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤੇ ਆ। ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਕਿਸਾਨੀ ਅੰਦੋਲਨ ਨੂੰ ਲਾਮਬੰਦ ਕਰ ਰਹੇ ਹੋ। ਜੋ ਪ੍ਰਸਥਿਤੀ ਇਸ ਵੇਲੇ ਨਜ਼ਰ ਆ ਰਹੀ ਹੈ, ਜਿੱਦਾਂ ਭਾਜਪਾ ਨੂੰ ਕਿਹਾ ਗਿਆ ਹੈ ਕਿ ਆਪਣੀ ਜ਼ੁਬਾਨ ਤੇ ਬੁੱਲਾਂ ਤੇ ਚੇਪੀਆਂ ਲਗਾ ਕੇ ਰੱਖੋ, ਖੱਟਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਮਿਹਰਬਾਨੀ ਕਰਕੇ ਹੁਣ ਕਿਸਾਨੀ ਜਿਹੜੇ ਨਵੇਂ ਕਾਨੂੰਨ ਆ ਉਹਨਾਂ ਦੇ ਹੱਕ 'ਚ ਰੈਲੀਆਂ ਬੰਦ ਕੀਤੀਆਂ ਜਾਣ। ਇਹ ਮੋੜੇ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿਹੜੀ ਤਬਦੀਲੀ ਇੱਕ ਨਜ਼ਰ ਆ ਰਹੀ ਹੈ ਸਪਸ਼ਟ ਤੌਰ ਤੇ? ਦੇਖੋ ਸਿੱਧੂ ਸਾਹਿਬ, ਗੱਲ ਇਹ ਹੈ, ਭਾਜਪਾ ਜਿਹੜੀ ਹੈ ਇਹ ਦੋ ਮੂੰਹਾਂ ਸੱਪ ਹੈ। ਇਹਨਾਂ ਦਾ ਇੱਕ ਜਿਹੜਾ ਤਬਕਾ ਹੈ, ਜਿਹੜੇ ਇਹਨਾਂ ਦੇ ਛੁਟਭਈਏ ਨੇਤੇ ਆ ਜਾਂ ਛੋਟੇ ਮੋਟੇ ਨੇਤੇ ਆ, ਉਹ ਤੇ ਲਗਾਤਾਰ ਮਤਲਬ ਮਾੜੀ ਸ਼ਬਦਾਵਲੀ, ਡੈਰੋਗੇਟਰੀ ਸ਼ਬਦਾਵਲੀ, ਕਿਤੇ ਨਾ ਕਿਤੇ ਸਾਰੇ ਐਜੀਟੇਸ਼ਨ ਨੂੰ ਪਹਿਲੇ ਦਿਨ ਤੋਂ ਹੀ ਬਦਨਾਮ ਕਰਨ 'ਚ ਲੱਗੇ ਹੋਏ ਆ। ਔਰ ਉਹਦੇ 'ਚ ਇੱਕ ਬਹੁਤ ਵੱਡਾ ਮੀਡੀਆ ਦਾ ਵੀ ਤਬਕਾ ਜੁੜਿਆ ਹੋਇਆ। ਇੱਕ ਇਹਨਾਂ ਦਾ ਵਰਗ ਹੈ ਜਿਨ੍ਹਾਂ 'ਚ ਰਾਜਨਾਥ ਸਿੰਘ ਜੀ ਲੈ ਲਓ ਜਾਂ ਹੋਰ ਲੀਡਰ ਲੈ ਲਓ, ਜਿਹੜੇ ਕਿਤੇ ਨਾ ਕਿਤੇ ਇੱਕ ਨਾ ਸੰਯਮ 'ਚ ਚੱਲਦੇ ਆ, ਲੇਕਿਨ ਇਹ ਇਹਨਾਂ ਦੀ ਸਟ੍ਰੈਟਜੀ ਹੈ, ਇਹਨੂੰ ਸਟ੍ਰੈਟਜੀ ਦੇ ਆਧਾਰ ਤੇ ਕਰਦੇ ਆ। ਜੇ ਇਹਨੂੰ ਕਹੋ ਵੀ ਇਹ ਕੋਈ ਇੰਟੈਂਸ਼ਨਲੀ ਕਰਦੇ ਆ, ਇਹ ਨਾ ਸੋਚੋ ਵੀ ਇਹ ਮਤਲਬ ਚੁੱਪ ਕਰ ਗਏ ਦਾ ਮਤਲਬ ਇਹ ਹੁਣ ਇਹਨਾਂ ਦੀ ਕੋਈ ਹਮਦਰਦੀ ਜਾਗ ਗਈ ਆ। ਕੋਈ ਹਮਦਰਦੀ ਨਹੀਂ ਜਾਗੀ। ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਹੈ। ਮੈਂ ਪਿਛਲੇ 10 ਦਿਨ ਤੋਂ ਮੱਧ ਪ੍ਰਦੇਸ਼ ਹੈ। ਮੱਧ ਪ੍ਰਦੇਸ਼ ਦੇ ਜਿਹੜੇ ਨਰਿੰਦਰ ਸਿੰਘ ਤੋਮਰ ਐਗਰੀਕਲਚਰ ਮਿਨਿਸਟਰ ਹੈ ਸਿੱਧੂ ਸਾਹਿਬ, ਉਹਨਾਂ ਦੀ ਹੋਮ ਕੌਂਸਟੀਟੂਐਂਸੀ ਗਵਾਲੀਅਰ ਦਾ ਇੱਕ ਕਿਸਾਨ ਲੀਡਰ ਪਿਛਲੇ ਦਿਨਾਂ 'ਚ ਸ਼ਹੀਦ ਹੋ ਗਿਆ। ਉਹ ਕਿਸਾਨ ਲੀਡਰ ਸੁਰਿੰਦਰ ਸਿੰਘ ਸਿੱਧੂ ਉਹਨਾਂ ਦਾ ਨਾਮ ਹੈ। ਉਹ ਨਰਿੰਦਰ ਸਿੰਘ ਤੋਮਰ ਦਾ ਸਪੋਰਟਰ ਵੀ ਸੀ ਔਰ ਬੀਜੇਪੀ ਦਾ ਆਫਸਪੀਅਰ ਸੀ। ਔਰ ਉਹ ਪਹਿਲਾ ਬੰਦਾ ਸੀ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਜੱਥਾ ਲੈ ਕੇ ਜਿਹੜਾ ਪਲਵਲ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਜਿਹੜਾ ਰਾਹ ਰੋਕਿਆ, ਜਿਹੜਾ ਧਰਨਾ ਲਗਾਇਆ, ਉਹ ਪਹਿਲੇ ਜੱਥੇ ਦੀ ਅਗਵਾਈ ਉਹ ਸੁਰਿੰਦਰ ਸਿੰਘ ਨੇ ਕੀਤੀ ਸੀ, ਜਿਹੜਾ ਬੀਜੇਪੀ ਦਾ ਆਫਸਪੀਅਰ ਵੀ ਸੀ। ਨਰਿੰਦਰ ਸਿੰਘ ਤੋਮਰ ਦੀ ਕੌਂਸਟੀਟੂਐਂਸੀ 'ਚ ਉਹਦਾ ਬੜਾ ਨੇੜਲਾ ਬੰਦਾ ਸੀ। ਪਿਛਲੇ ਦਿਨਾਂ 'ਚ ਅਨਫੋਰਚੂਨੇਟਲੀ ਇਸ ਐਜੀਟੇਸ਼ਨ ਦੇ ਦੌਰਾਨ ਠੰਡ ਕਰਕੇ ਉਹਦੀ ਮੌਤ ਹੋ ਗਈ, ਸ਼ਹੀਦੀ ਪ੍ਰਾਪਤ ਹੋ ਗਈ। ਸੋ ਲੋਕਾਂ ਦੀ ਜਿਹੜੇ ਬੀਜੇਪੀ ਦੇ ਅੰਦਰੋਂ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਸਾਰੇ ਘਟਨਾਕ੍ਰਮ ਤੋਂ ਬੜੇ ਪਰੇਸ਼ਾਨ ਹੈ। ਔਰ ਉਹਦਾ ਸਭ ਤੋਂ ਵੱਡਾ ਸਬੂਤ ਇਹ ਆ, ਅਗਰ ਪ੍ਰਧਾਨ ਮੰਤਰੀ ਸਾਹਿਬ ਨੂੰ ਇੰਨਾ ਹੀ ਯਕੀਨ ਹੈ ਇਸ ਬਿੱਲਾਂ ਤੇ ਕਾਨੂੰਨਾਂ ਤੇ ਉਹ ਵਾਰ-ਵਾਰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹਨੂੰ ਪੋਸਟਪੋਨ ਕਿਉਂ ਕਰ ਰਿਹਾ? ਵਾਈ ਕਿਉਂ ਨਹੀਂ ਉਹ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਉਹਦੇ 'ਚ ਡਿਸਕਸ਼ਨ ਕਰਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਹੋ ਜਾਊਗਾ? ਨਹੀਂ, ਲੇਕਿਨ ਇਹਨਾਂ ਨੂੰ ਪਤਾ ਹੈ ਜਿਸ ਤਰੀਕੇ ਨਾਲ ਹੁਣ ਪੰਜਾਬ ਦੇ ਲੀਡਰਾਂ ਦੀ ਚੁੱਪੀ, ਪੰਜਾਬ ਦੇ ਲੀਡਰਾਂ ਦੀ ਗੱਲ ਤੇ ਇਹ ਆ ਵੀ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪਹਿਲਾਂ ਇਹਨਾਂ ਨੇ ਇੰਨੀਆਂ ਮਾੜੀਆਂ ਚੰਗੀਆਂ ਸ਼ਬਦਾਵਲੀਆਂ ਵਰਤੀਆਂ ਕਿਸਾਨਾਂ ਵਾਸਤੇ, ਹੁਣ ਜਦੋਂ ਉਹਨਾਂ ਦਾ ਵਸ ਨਹੀਂ ਚੱਲਿਆ, ਉਹਨਾਂ ਨੂੰ ਲੋਕ ਘੇਰਨ ਲੱਗ ਗਏ, ਆਪ ਮੁਹਾਰੇ ਉਹਨਾਂ ਦੇ ਲੀਡਰਾਂ ਨੂੰ ਘੇਰਾ ਪੈਣ ਲੱਗ ਗਿਆ ਤੇ ਹੁਣ ਉਹਨੂੰ ਡਰਦਿਆਂ ਨੇ ਚੁੱਪੀ ਸਾਧੀ ਹੈ। ਇਹਨੂੰ ਇਹ ਨਾ ਸੋਚੋ ਵੀ ਇਹ ਕੋਈ ਹਮਦਰਦੀ ਜਾਗ ਗਈ ਆ। ਹਰਿਆਣੇ 'ਚ ਵੀ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੀ ਵਿਧਾਨ ਸਭਾ 'ਚ ਸਮਾਗਮ ਨਹੀਂ ਕਰਨ ਦਿੱਤਾ ਤੇ ਹੋਮ ਮਿਨਿਸਟਰ ਸਾਹਿਬ ਨੇ ਬੁਲਾ ਕੇ ਕਿਹਾ ਵੀ ਇਹ ਸਮਾਗਮ ਪੋਸਟਪੋਨ ਕਰ ਦਿਓ, ਤੇ ਇਸ ਕਰਕੇ ਥੋੜਾ ਬੈਕਫੁੱਟ ਤੇ ਆ। ਲੇਕਿਨ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਸਾਨਾਂ ਦਾ ਜਿਹੜਾ ਇਹ ਪੀਸਫੁਲ ਐਜੀਟੇਸ਼ਨ ਨੇ ਜਿਹੜੇ ਰਿਕਾਰਡ ਬਣਾਏ ਆ, ਜਿਹੜੇ ਇੱਕ ਪੈਮਾਨੇ ਸੈੱਟ ਕੀਤੇ ਆ, ਜਿਹੜਾ ਇੱਕ ਇਸਤਰ ਬਣਾਇਆ ਦੁਨੀਆ 'ਚ, ਉਹ ਆਪਣੇ ਆਪ 'ਚ ਬੇਮਿਸਾਲ ਹੈ। ਔਰ ਜਿਸ ਤਰੀਕੇ ਨਾਲ ਵਾਰ-ਵਾਰ ਕਿਸਾਨ ਲੀਡਰਾਂ ਨੂੰ ਦੋ ਫਾੜਨ ਕਰਨ ਦੀ ਕੋਸ਼ਿਸ਼ਾਂ ਨਾਕਾਮ ਹੋਈਆਂ, ਜਿਸ ਤਰੀਕੇ ਨਾਲ ਪਿਛਲੇ ਇੱਕ ਦਿਨ ਪਹਿਲਾਂ ਗੁਰਨਾਮ ਸਿੰਘ ਚੜੂਨੀ ਜਿਹੜੇ ਇੱਕ ਬਹੁਤ ਵੱਡੇ ਆਗੂ ਆ, ਮੈਂ ਕਹਿੰਦਾ ਵੀ ਇੱਕ ਬੜੇ ਨਾਇਕ ਦੇ ਤੌਰ ਤੇ ਉਭਰੇ ਸਾਰੇ ਐਜੀਟੇਸ਼ਨ 'ਚ, ਉਹਨਾਂ ਨੂੰ ਬਾਕੀ ਲੀਡਰਾਂ ਤੋਂ ਹਰਿਆਣੇ ਦੇ ਹਰਿਆਣਾ ਸਾਹਿਬ ਜੀ, ਹਰਿਆਣੇ ਦੇ ਬੜੇ ਨਾਇਕ ਲੀਡਰ ਦੇ ਤੌਰ ਤੇ ਬਹੁਤ ਵੱਡਾ ਯੋਗਦਾਨ ਹੈ।
ਬਹੁਤ ਵੱਡਾ ਔਰ ਦਿੱਲੀ ਲਿਜਾਣ ਦਾ ਸਭ ਤੋਂ ਵੱਡਾ ਕ੍ਰੈਡਿਟ ਵੀ ਉਹਨਾਂ ਨੂੰ ਜਾਂਦਾ ਹੈ। ਜਿਸ ਤਰੀਕੇ ਨੂੰ ਗੋਦੀ ਮੀਡੀਆ ਦੇ ਇੱਕ ਅਖਬਾਰ ਨੇ ਹਿੱਸੇ ਨੇ ਕਿਸਾਨਾਂ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਸਾਨ ਲੀਡਰਾਂ ਨੇ ਬੜੀ ਸੂਝ-ਬੂਝ ਨਾਲ ਇਮੀਡੀਏਟਲੀ ਸਾਰੇ ਐਪੀਸੋਡ ਨੂੰ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰਕੇ ਆਪਣੀ ਇਕਜੁੱਟਤਾ ਸਾਹਮਣੇ ਲਿਆਂਦੀ ਆ। ਤੇ ਆਉਣ ਵਾਲੇ ਟਾਈਮ ਮੈਨੂੰ ਲੱਗਦਾ ਹੈ ਵੀ ਜਿੱਤ ਜਿਹੜੀ ਯਕੀਨੀ ਕਿਸਾਨਾਂ ਦੀ ਹੋਣੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਰਕਾਰ ਸਿਰਫ ਤੇ ਸਿਰਫ ਜਿਹੜਾ ਕਹਿੰਦੇ ਰਾਜ ਹੱਥ ਬਣਾ ਰਹੀ ਆ, ਜਿਹੜਾ ਉਹਨਾਂ ਦਾ ਸੱਤਾ ਦਾ ਨਸ਼ਾ, ਉਹਦੇ ਕਰਕੇ ਫੈਸਲਾ ਲੈਣ 'ਚ ਅਜੇ ਤੱਕ ਜਿਹੜਾ ਸਾਹਮਣੇ ਨਹੀਂ ਆਈ। ਬਿਲਕੁਲ ਠੀਕ। ਜਿਸ ਮੁੱਦੇ ਤੇ ਕੰਗ ਸਾਹਿਬ ਗੱਲ ਕਰ ਰਹੇ ਹੈ, ਜਗਤਾਰ ਜੀ, ਉਸ ਮਾਮਲੇ ਤੇ ਮੈਂ ਸਵਾਲ ਲੈਣਾ ਚਾਹਾਂਗਾ। ਇਹਨੇ ਰਾਜ ਹੱਥ ਦੀ ਗੱਲ ਕੀਤੀ ਹੈ, ਕੇਂਦਰ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ, ਇਹਦੇ ਬਾਵਜੂਦ ਵੀ ਕਿਹਾ ਜਾ ਰਿਹਾ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਰੱਦ ਨਹੀਂ ਹੋਣਗੇ। ਜਿਸ ਰਾਜ ਹੱਥ ਦੀ ਗੱਲ ਕੰਗ ਜੀ ਨੇ ਕੀਤੀ ਹੈ, ਕੀ ਲੱਗਦਾ ਹੈ ਜਿਹੜਾ ਕੇਂਦਰ ਦਾ ਅੜੀਅਲ ਵਤੀਰਾ ਹੈ, ਇਹ ਕਿਸਾਨੀ ਸੰਘਰਸ਼ ਨੂੰ ਕਿਤੇ ਨਿਰਾਸ਼ਤਾ 'ਚ ਬਦਲ ਸਕਦਾ ਹੈ, ਡਿਮੋਰਲਾਈਜੇਸ਼ਨ ਆ ਸਕਦੀ ਹੈ, ਜਾਂ ਪੰਜਾਬ ਦੀਆਂ ਸੜਕਾਂ ਤੇ ਜਿੱਦਾਂ 26 ਦੀ ਤਿਆਰੀ ਦੇ ਲਈ ਟਰੈਕਟਰ ਘੁੰਮ ਰਹੇ ਹੈ ਤੇ ਕੋਈ ਇਹੋ ਜਿਹਾ ਮੂਡ ਨਜ਼ਰ ਨਹੀਂ ਆਉਂਦਾ? ਇਸ ਕੰਟਰਾਸਟ ਨੂੰ, ਕੰਟਰਾਡਿਕਸ਼ਨ ਨੂੰ ਕਿਵੇਂ ਦੇਖਦੇ ਆ? ਇੱਕ ਪਾਸੇ ਕੇਂਦਰ ਦਾ ਅੜੀਅਲ ਵਤੀਰਾ, ਦੂਜੇ ਪਾਸੇ ਕਿਸਾਨਾਂ ਦਾ ਮੂਡ। ਜੀ ਜਗਤਾਰ ਜੀ। ਸਿੱਧੂ ਸਾਹਿਬ, ਮੂਵਮੈਂਟ ਜਿਹੜੀ ਹੈ, ਅੰਦੋਲਨ ਜਿਹੜਾ ਆ, ਉਸ ਸਟੇਜ ਤੋਂ ਵੀ ਅੱਗੇ ਲੰਘ ਚੁੱਕਾ ਆ। ਜੋ ਕਿਸਾਨਾਂ 'ਚ ਜੋਸ਼ ਹੈ, ਜੋ ਨੌਜਵਾਨਾਂ ਦੇ ਵਿੱਚ ਸੀਨੀਅਰ ਲੋਕ, ਜਿਹੜੇ ਵੱਡੇ ਲੋਕ ਹੈਗੇ ਆ, ਉਮਰ 'ਚ ਵੱਡੇ ਨੇ, ਉਹ ਜਿਹੜੇ ਆ, ਉਹ ਜਵਾਨਾਂ ਦੇ ਜੋਸ਼ ਦੇ ਨਾਲ ਨਾਲ ਉਹਨਾਂ ਨੂੰ ਹੋਸ਼ ਲਈ ਵੀ ਉਹਨਾਂ ਨੇ ਚੇਤਨ ਕਰ ਦਿੱਤਾ ਹੈ ਕਿ ਆਪਣੀ ਲੜਾਈ ਬੜੇ ਖਤਰਨਾਕ ਦੁਸ਼ਮਣ ਨਾਲ ਹੈ। ਸੋ ਜੋ ਉੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੇਡੀਜ਼ ਦੀ ਸ਼ਮੂਲੀਅਤ, ਪਰਿਵਾਰਾਂ ਦੀ ਸ਼ਮੂਲੀਅਤ, ਤੇ ਮੈਂ ਤਾਂ ਜੇ ਇਹ ਕਹਿ ਦੇਵਾਂ, ਇਹ ਗਲਤ ਨਹੀਂ ਹੋਏਗਾ ਕਿ ਕਿਸਾਨ ਸਮੇਤ ਪਰਿਵਾਰ ਗਏ ਆ ਸਿੱਧੂ ਸਾਹਿਬ ਉੱਥੇ। ਪਿੱਛੇ ਬਹੁਤ ਸਕੈਲਟਨ ਜਾਂ ਸਟਾਫ, ਥੋੜੇ ਪਰਿਵਾਰ ਦੇ ਮੈਂਬਰ ਛੱਡ ਕੇ ਗਏ ਆ ਕਿ ਖੇਤੀਬਾੜੀ ਵੀ ਮਾੜੀ ਮੋਟੀ ਚੱਲਦੀ ਰਵੇ। ਸਮੇਤ ਪਰਿਵਾਰ ਅੰਦੋਲਨ ਹੈ, ਸਾਰੇ ਚੜ੍ਹਦੀ ਕਲਾ 'ਚ ਹੈ। ਉੱਥੇ ਹਰ ਇੱਕ ਤਰ੍ਹਾਂ ਦਾ ਉਹ ਪਾਠ ਤੋਂ ਲੈ ਕੇ ਆਪਣਾ ਹਰ ਇੱਕ ਤਰ੍ਹਾਂ ਦਾ ਉਹ ਕੰਮ ਉੱਥੇ ਹੀ ਹੁੰਦਾ ਹੈ, ਜਿੱਦਾਂ ਆਪਣੇ ਪਿੰਡ ਵਿੱਚ ਹੁੰਦਾ ਸੀਗਾ। ਔਰ ਕਿਸਾਨ ਐਲਾਨ ਕਰਕੇ ਗਏ ਆ ਕਿ ਅਸੀਂ ਲੰਮੇ ਸੰਘਰਸ਼ ਲਈ ਜਾ ਰਹੇ ਹਾਂ। ਪਹਿਲੀ ਕਿਸ਼ਤ ਦੇ ਵਿੱਚ 6 ਮਹੀਨੇ ਦਾ ਰਾਸ਼ਨ ਲੈ ਕੇ ਗਏ ਆ, ਜਦ ਕਿ ਉੱਥੇ ਜਾਣ ਤੋਂ ਬਾਅਦ ਇੰਨੀਆਂ ਸਹੂਲਤਾਂ ਮਿਲੀਆਂ। ਸਹੂਲਤਾਂ ਇਨ ਦਾ ਸੈਂਸ ਨਾਟ ਫੈਸਿਲਿਟੀਜ਼, ਮੇਰਾ ਮਤਲਬ ਲੋਕਲ ਲੋਕਾਂ ਨੇ ਰਾਸ਼ਨ ਦੀ ਸੇਵਾ ਤੋਂ ਲੈ ਕੇ ਹੋਰ ਉਹ ਥੋੜ ਕਿਸੇ ਗੱਲ ਦੀ ਹੈ ਹੀ ਨਹੀਂ ਹੈ। ਤੇ ਹੌਸਲੇ ਤਾਂ ਬੁਲੰਦ ਨੇ ਸਿੱਧੂ ਸਾਹਿਬ, ਕਿਉਂਕਿ ਇਹ ਕੋਈ ਏਦਾਂ ਥੋੜੀ ਆ ਮੁਲਾਜ਼ਮਾਂ ਦਾ ਸੰਘਰਸ਼ ਹੈ ਕਿ ਡੀਏ ਵਧਾ ਦਿਓ ਜੀ ਸਾਡਾ, ਜਾਂ ਸਾਡੀ ਤਨਖਾਹ ਵਿੱਚ ਵਾਧਾ ਕਰੋ, ਜਾਂ 4 ਇਨਕਰੀਮੈਂਟਾਂ ਦਿਓ, ਵੀ ਚਲੋ 2 ਤੇ ਸਮਝੌਤਾ ਹੋ ਜਾਊਗਾ। ਸਿੱਧੂ ਸਾਹਿਬ, ਸਰਵਾਈਵਲ ਦੀ ਲੜਾਈ ਹੈ, ਕੁਝ ਕਾਨੂੰਨਾਂ ਦੇ ਵਿੱਚ ਲੱਭਦਾ ਹੀ ਨਹੀਂ ਹੈ। ਇਹ ਕਹਿੰਦੇ ਇਨਕਮ ਦੁੱਗਣੀ, ਮੈਂ ਕਹਿੰਦਾ ਵੀ ਇੱਕ ਕਲੌਜ਼ ਤਾਂ ਦਿਖਾ ਲੈਣ ਜਿੱਥੇ ਕਿਸੇ ਵੀ ਤਰ੍ਹਾਂ ਕਿਸਾਨਾਂ ਦਾ ਕੋਈ ਫਾਇਦਾ ਹੁੰਦਾ ਹੋਵੇ। ਤੁਸੀਂ ਦੇਖ ਲਓ, ਭੁਪਿੰਦਰ ਸਿੰਘ ਮਾਨ ਵਰਗੇ ਜਿਹੜੇ ਹਮੇਸ਼ਾ ਸਰਕਾਰ ਦੇ ਹੱਕ 'ਚ ਰਹੇ ਆ, ਬਿਨਾਂ ਕਿਸੇ ਦੇ ਕਹੇ ਤੋਂ, ਇਹ ਭਾਵੇਂ ਪ੍ਰਚਾਰ ਕਰੀ ਜਾਂਦੇ ਆ, ਧਮਕੀ ਦੇਤੀ, ਬਿਨਾਂ ਕਿਸੇ ਪ੍ਰਚਾਰ ਤੋਂ ਆਪੇ ਹੀ ਪਾਸੇ ਹੋ ਗਿਆ। ਪਤਾ ਲੱਗ ਗਿਆ ਕਿ ਪਟਾਰੀ ਖੁੱਲ ਗਈ ਆ, ਪਤਾ ਲੱਗ ਗਿਆ ਕਿ ਖੁੱਦੋਂ ਜਿਹੜੀ ਆ ਉਹ ਫਟੀਆਂ ਦੇ ਵਿੱਚੋਂ ਲੀਰਾਂ ਨਿਕਲੀਆਂ, ਹੈ ਹੀ ਨਹੀਂ ਕੁਛ। ਖੁਦ ਮੰਨਣ ਲੱਗ ਗਏ ਆ, ਇਹ ਡੱਬਾ ਰਹਿਣ ਦਿਓ, ਸਾਡਾ ਡੱਬਾ ਰਹਿਣ ਦਿਓ, ਕਿਉਂਕਿ ਜਿਨ੍ਹਾਂ ਕੋਲੋਂ ਕਰੋੜਾਂ ਦੀ ਤਾਦਾਦ ਦੇ ਵਿੱਚ 1000 ਕਰੋੜ ਦੇ ਵਿੱਚ ਫੰਡ ਲੈ ਲਿਆ, ਇਲੈਕਸ਼ਨਾਂ ਲੜੀਆਂ ਜਾਂ ਹੋਰ ਪਤਾ ਨਹੀਂ ਕਿਹੜੀਆਂ ਟ੍ਰੇਨਿੰਗਸ ਇਹ ਲੋਕਾਂ ਨੂੰ ਵੰਡਣ ਲਈ ਕੀ ਕਰਦੇ ਆ, ਲੋਕਾਂ ਨੂੰ ਜਾਤ-ਪਾਤ ਤੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਲਈ ਆਪਣੀਆਂ ਸਨਾਵਾਂ ਜਿਹੜੀਆਂ ਬਣਾਈਆਂ ਹੋਈਆਂ, ਉਹਨਾਂ ਨੂੰ ਪਤਾ ਨਹੀਂ ਕੀ ਟ੍ਰੇਨਿੰਗ ਦਿੰਦੇ ਆ ਇਹ। ਸੋ ਇਹਨਾਂ ਨੇ ਉਹਨਾਂ ਕੋਲ ਦੇਸ਼ ਵੇਚਣ ਲਈ ਬਣਾਏ ਆ, ਸਾਰੇ ਐਗਰੀਕਲਚਰ ਸੈਕਟਰ ਵੇਚਣ ਲਈ ਬਣਾਏ ਆ। ਕਿਸਾਨਾਂ ਦੀ ਸਰਵਾਈਵਲ ਦੀ ਲੜਾਈ ਆ, ਕਿਸਾਨ ਕਿੱਦਾਂ ਪਿੱਛੇ ਹਟ ਜਾਊਗਾ? ਫਿਰ ਕਿਸਾਨ ਨੂੰ ਸਾਰੀ ਦੁਨੀਆ ਦੀ ਹਮਾਇਤ ਹੈ। ਸਾਰੇ ਇੰਡੀਆ ਦਾ ਕਿਸਾਨ ਇਕੱਠਾ ਹੋ ਗਿਆ, ਸਾਰੀ ਦੁਨੀਆ ਦੀ ਹਮਾਇਤ ਹੈ। ਥੈਂਕ ਯੂ ਸੰਗੜਾ ਸਾਹਿਬ, ਮਿਹਰਬਾਨੀ। ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਦੇ ਨਹੀਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ ਕਿ ਕਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਦਬਾਅ ਬਣਾ ਰਿਹਾ ਹੈ ਕੇਂਦਰ ਸਰਕਾਰ ਤੇ ਉਸਦੀਆਂ ਹਮਾਇਤੀ ਧਿਰਾਂ ਤੇ। ਬਹੁਤ ਸਾਰੇ ਉੱਠ ਰਹੇ ਸਵਾਲ, ਇਹਨਾਂ ਤੇ ਚਰਚਾ ਕਰਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਦਾ ਕੇਂਦਰ ਦਾ ਅੜੀਅਲ ਵਤੀਰਾ ਹੈ, ਜਾਂ ਪਿਛਲੇ ਦਿਨਾਂ 'ਚ ਜਿਹੜੇ ਕਿਸਾਨੀ ਅੰਦੋਲਨ ਦੇ ਹਮਾਇਤੀ ਹੈ ਉਹਨਾਂ ਦੇ ਖਿਲਾਫ ਪਰਚੇ ਕੇਂਦਰੀ ਏਜੰਸੀਆਂ ਵੱਲੋਂ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਦਾ 26 ਦੇ ਜਿਹੜਾ ਕਿਸਾਨ ਮਾਰਚ ਹੈ, ਜਿਹੜਾ ਟਰੈਕਟਰ ਮਾਰਚ ਹੈ, ਉਹਦੇ ਤੇ ਵੀ ਅਸਰ ਪੈ ਸਕਦਾ ਹੈ? ਮੈਨੂੰ ਨਹੀਂ ਲੱਗਦਾ। ਵੇਖੋ, ਜਿਹੜਾ ਮਾਰਚ ਆ, ਗਣਰਾਜ ਦਿਹਾੜਾ ਮਨਾਉਣਾ ਕਿਸਾਨਾਂ ਦਾ ਹੱਕ ਆ,
ਸਰਕਾਰ ਦੇ ਇੰਨੇ ਸਾਲ ਮਨਾ ਰਹੀ ਆ ਤੇ ਅੱਜ ਕੀ ਕਿਸਾਨ ਮਨਾਉਣਗੇ ਤੇ ਕੋਈ ਗੱਲ ਨਹੀਂ, ਪੀਸਫੁਲੀ ਲੋਕਤੰਤਰ ਤਰੀਕੇ ਨਾਲ ਸਾਨੂੰ ਕਿਸਾਨ ਦਿਹਾੜਾ ਮਨਾਉਣ ਦੇਣਾ ਚਾਹੀਦਾ। ਸਰਕਾਰ ਦੀ ਕੋਈ ਬਦਨੀਤੀ ਹੋਈ ਤਾਂ ਸਾਹਮਣੇ ਆ ਜਾਊਗੀ। ਜਦੋਂ ਤੱਕ ਮੀਟਿੰਗਾਂ ਦਾ ਸਵਾਲ ਹੈ ਭਾਈ, ਮੀਟਿੰਗਾਂ 'ਚ ਕੁਝ ਨਿਕਲ ਪਾਉਣ ਵਾਲਾ ਹੈ ਨਹੀਂਗਾ। ਆਪਾਂ ਗਣਰਾਜ ਦਿਹਾੜਾ ਮਨਾਵਾਂਗੇ, ਮਨਾਉਣਾ ਵਾ, ਇਹ ਕਲੀਅਰ ਕੱਟ ਫੈਸਲਾ ਸਾਰੇ ਕਿਸਾਨ ਆਗੂਆਂ ਦਾ। ਇੱਕ ਗੱਲ ਮੈਂ ਪੰਦੇਰ ਸਾਹਿਬ ਜਿਹੜਾ ਹੈਗਾ ਸਾਰੇ ਲੋਕ ਤੁਹਾਨੂੰ ਸੁਣ ਰਹੇ ਆ, ਦੇਖ ਰਹੇ ਆ, ਉਹ ਹੈਗਾ ਕਿ ਜੇ ਸੁਪਰੀਮ ਕੋਰਟ ਵੱਲੋਂ ਕੋਈ ਫੈਸਲਾ ਆ ਜਾਂਦਾ ਹੈ, ਉਹਨਾਂ ਨੇ ਤਾਂ ਕਹਿਦਾ ਕਿ ਦਿੱਲੀ ਦੀ ਪੁਲਿਸ ਇਸ ਮਾਮਲੇ ਨੂੰ ਦੇਖੇ। ਦਿੱਲੀ ਦੀ ਪੁਲਿਸ ਮਨਾ ਕਰਦੀ ਹੈ, ਜਿੱਦਾਂ ਤੁਸੀਂ ਕਹਿ ਰਹੇ ਕਿ ਸਾਡਾ ਡੈਮੋਕ੍ਰੈਟਿਕ ਰਾਈਟ ਹੈ। ਤੁਹਾਡਾ ਇਹ ਫੈਸਲਾ ਹੈ ਕਿ ਤੁਸੀਂ ਪੁਰਅਮਨ ਤਰੀਕੇ ਨਾਲ ਟਰੈਕਟਰ ਮਾਰਚ ਜ਼ਰੂਰ ਕਰੋਗੇ? ਬਿਲਕੁਲ ਜੀ, ਬਿਲਕੁਲ ਜੀ। ਅਸੀਂ ਪੁਰਅਮਨ ਤਰੀਕੇ ਨਾਲ ਪਹਿਲੋਂ ਵੀ ਕਰਦੇ ਰਹੇ, ਹੁਣ ਵੀ ਆ ਤੇ ਅੱਗੇ ਵੀ ਪੁਰਅਮਨ ਤਰੀਕੇ ਨਾਲ। ਇਹ ਸਾਡਾ ਹੱਕ ਹੈ, ਸਰਕਾਰ ਨੇ ਸਾਡੀ ਗੱਲ ਮੰਨਣੀ ਨਹੀਂ ਮੰਨਣੀ ਉਹ ਦੂਜਾ ਵਿਸ਼ਾ ਵਾ, ਪਰ ਸਾਡੀ ਗੱਲ ਵੀ ਨਹੀਂ ਕਰਨ ਦੇ ਲਈ ਸਾਨੂੰ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ ਬਦਨਾਮ ਕਰਕੇ ਸਾਡੇ ਪ੍ਰੋਗਰਾਮਾਂ ਤੇ ਡਿੱਕਾ ਲਾਉਣਾ, ਇਹ ਲੋਕਤੰਤਰ ਦਾ ਧਾਰਨ ਹੋਊਗਾ। ਸਰਕਾਰ ਇਹਦੀ ਜਵਾਬ ਤਲਬੀ ਭਾਜਪਾ ਕੋ ਕਰਨਗੇ। ਪੰਦੇਰ ਸਾਹਿਬ ਜਿਹੜਾ ਇਸ ਮੁੱਦੇ ਤੇ ਚਾਹੇ ਪੰਜਾਬ ਦੀ ਗੱਲ ਕਰ ਲਈਏ ਜਾਂ ਦੂਜੇ ਸੂਬਿਆਂ ਦੀ ਗੱਲ ਕਰ ਲਈਏ, ਜੇ ਟਰੈਕਟਰ ਮਾਰਚ ਦੀ ਗੱਲ ਕਰਦੇ ਹਾਂ ਜਿਹਦੇ 'ਚ ਔਰਤਾਂ ਵੀ ਆ ਰਹੀਆਂ, ਮਰਦ ਵੀ ਆ ਰਿਹਾ, ਕਿੰਨਾ ਕੁ ਵੱਡਾ 26 ਦੇ ਗਣਤੰਤਰ ਦਿਵਸ ਲਈ ਹੰਗਾਰਾ ਮਿਲ ਰਿਹਾ ਹੈ? ਇਹ ਲੱਖਾਂ ਟਰੈਕਟਰ ਆਉਣਗੇ ਜੀ, ਲੱਖਾਂ। ਠੀਕ ਹੈ ਜੀ, ਤੇ ਕਰੋੜਾਂ ਬੰਦੇ ਹੋ ਸਕਦੇ ਆ ਜੀ। ਜਿੱਦਾਂ ਵੱਡਾ ਬਹੁਤ ਵੱਡੇ ਪੂਰੇ ਉੱਤਰ ਭਾਰਤ ਤੋਂ ਟਰੈਕਟਰ ਆਉਣਗੇ ਦਿੱਲੀ 'ਚ ਜੀ। ਬਹੁਤ ਮਿਹਰਬਾਨੀ ਇਸ ਮੁੱਦੇ ਤੇ ਤੁਸੀਂ ਸਾਨੂੰ ਜਵਾਬ ਦੇ ਰਹੇ ਆ। ਮੇਰੇ ਨਾਲ ਜਿਹੜਾ ਹੈਗਾ ਮੱਧ ਪ੍ਰਦੇਸ਼ ਤੋਂ ਵੀ ਸਾਡੇ ਮਹਿਮਾਨ ਜੁੜੇ ਹੋਏ ਆ। ਕੰਗ ਸਾਹਿਬ ਜਿਹੜੇ ਮਾਮਲੇ ਤੇ ਗੱਲ ਕਰ ਰਹੇ ਸੀ ਕਿਸਾਨ ਨੇਤਾ ਪੰਦੇਰ ਜੀ ਕਿ ਲੱਖਾਂ ਦੀ ਗਿਣਤੀ ਟਰੈਕਟਰ ਆਉਣਗੇ, ਤੁਸੀਂ ਮੱਧ ਪ੍ਰਦੇਸ਼ 'ਚ ਬੈਠੇ ਹੋ। ਅਕਸਰ ਇਹ ਕਿਹਾ ਜਾਂਦਾ ਕਿ ਅੰਦੋਲਨ ਤਾਂ ਪੰਜਾਬ ਤੇ ਹਰਿਆਣੇ ਦਾ ਹੈ, ਕਿਵੇਂ ਲੱਗਦਾ ਤੁਹਾਨੂੰ? ਨਹੀਂ ਦੇਖੋ, ਗੱਲ ਇਹ ਹੈ, ਜਿਸ ਤੱਕ ਅੰਦੋਲਨ ਦੀ ਗੱਲ ਹੈ, ਇਹ ਮੀਡੀਆ ਦਾ ਇੱਕ ਵਰਗ ਵਾਰ-ਵਾਰ ਇਹਨੂੰ ਦੁਸ਼ਪ੍ਰਚਾਰ ਕਰ ਰਿਹਾ ਸੀ। ਅੰਦੋਲਨ ਦਾ ਅਸਰ ਮੱਧ ਪ੍ਰਦੇਸ਼ 'ਚ ਵੀ ਬਹੁਤ ਦਿਨਾਂ ਤੋਂ ਹੈ, ਮਹਾਰਾਸ਼ਟਰ ਤੱਕ ਵੀ ਹੈ, ਬਿਹਾਰ 'ਚ ਵੀ ਹੈ। ਬਿਹਾਰ 'ਚ ਵੀ ਇੱਕ ਰਿਪੋਰਟ ਆਈ ਆ ਅੱਜ ਸਵੇਰੇ, ਇੱਕ ਪੱਤਰਕਾਰ ਪੰਜਾਬ ਦੇ ਨੇ ਜਾ ਕੇ ਪਟਨਾ ਸਾਹਿਬ ਤੋਂ ਕੀਤੀ ਆ, ਕਿਉਂਕਿ ਉਹਨਾਂ ਕੋਲ ਆਵਾਜਾਈ ਦੇ ਸਾਧਨ ਨਹੀਂ ਹੈ। ਕੁਝ ਮੀਡੀਆ 'ਚ ਗਲਤ ਤਰੀਕੇ ਨਾਲ ਪਿਕਚਰ ਪੇਸ਼ ਕੀਤੀ ਜਾ ਰਹੀ ਹੈ ਸਾਰੇ ਐਜੀਟੇਸ਼ਨ ਦੀ। ਕੱਲ ਇੱਕ ਮੈਂ ਇੱਥੇ ਲੋਕਲ ਹਿੰਦੀ ਅਖਬਾਰ ਦਾ ਆਰਟੀਕਲ ਪੜ੍ਹ ਰਿਹਾ ਸੀ, ਉਹਦੇ 'ਚ ਵੀ ਇਹ ਸਾਰੇ ਐਜੀਟੇਸ਼ਨ ਨੂੰ ਲੈ ਕੇ ਬੜੇ ਮਤਲਬ ਦੁਸ਼ਪ੍ਰਚਾਰ ਜਿਹਨੂੰ ਕਹਿ ਲਓ, ਡੀਫੇਮ ਕਰਨ ਦੀ ਕੋਸ਼ਿਸ਼ ਕਰਕੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਜਾ ਰਿਹਾ। ਲੇਕਿਨ ਹਰੇਕ ਤਹਿਸੀਲ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ ਬਹੁਤ ਵੱਡੇ ਕਿਸਾਨਾਂ ਦੇ ਜਿਹੜੇ ਮੁਜ਼ਾਹਰੇ ਇੱਥੇ ਵੀ ਹੋ ਰਹੇ ਆ। ਗਵਾਲੀਅਰ 'ਚ ਵੀ ਹੋਇਆ, ਇੱਕ ਪਿੰਡ ਡਿਸਟ੍ਰਿਕਟ ਪੈਂਦਾ ਹੈ ਇੱਥੇ ਮੇਰੇ ਲਾਗੇ, ਉੱਥੇ ਵੀ ਹੋਇਆ, ਤਹਿਸੀਲ ਲੈਵਲ ਤੇ ਵੀ ਹੋਇਆ। ਜਿੱਥੋਂ ਤੱਕ ਗੱਲ ਹੈ ਸੁਪਰੀਮ ਕੋਰਟ ਦੀ, ਇੱਕ ਹੁਣੇ ਤੁਸੀਂ ਚਰਚਾ ਕਰ ਰਹੇ ਸੀ ਪੰਦੇਰ ਸਾਹਿਬ ਨਾਲ, ਸਿੱਧੂ ਸਾਹਿਬ, ਕਿਸਾਨ ਆਗੂਆਂ ਨੇ ਵਾਰ-ਵਾਰ ਇਹ ਗੱਲ ਕਲੀਅਰ ਕੀਤੀ ਹੈ ਵੀ ਮਾਣਯੋਗ ਸੁਪਰੀਮ ਕੋਰਟ ਇਸ ਸਾਰੇ ਐਜੀਟੇਸ਼ਨ 'ਚ ਕਿਸੇ ਤਰ੍ਹਾਂ ਦੀ ਇੰਟਰਫੇਰੈਂਸ ਨਾ ਕਰੇ ਤੇ ਵਧੀਆ। ਲੜਾਈ ਸਰਕਾਰ ਨਾਲ ਹੈ, ਸਰਕਾਰ ਨੇ ਕਾਨੂੰਨ ਬਣਾਏ ਆ, ਔਰ ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਤੇ ਵੀ ਸਵਾਲੀਆ ਨਿਸ਼ਾਨ ਉੱਠ ਜਾਂਦੇ ਆ। ਇਹ ਆਪਣੇ ਆਪ 'ਚ ਬੜਾ ਮਸਲਾ ਹੈ। 3 ਦਿਨ ਪਹਿਲਾਂ ਹੀ ਕਿਸਾਨ ਲੀਡਰਾਂ ਨੇ ਇਹ ਗੱਲ ਕਲੀਅਰ ਕਰਤੀ ਸੀ ਕਿ ਜਿਹੜਾ ਇਹ ਪਰੇਡ ਹੋਣੀ ਆ ਰਿਪਬਲਿਕ ਡੇ ਦੀ, ਇਹ ਬੜੀ ਪੀਸਫੁਲ ਹੋਣੀ ਆ, ਬੜੀ ਡੈਮੋਕ੍ਰੈਟਿਕ ਵੇ ਨਾਲ ਹੋਣੀ ਆ, ਕਿਸਾਨੀ ਝੰਡੇ ਦੇ ਨਾਲ ਨਾਲ ਦੇਸ਼ ਦਾ ਜਿਹੜਾ ਤਿਰੰਗਾ ਝੰਡਾ ਲਗਾ ਕੇ ਹੋਣੀ ਆ। ਉਸ ਤੋਂ ਬਾਵਜੂਦ ਵੀ ਅਗਰ ਮਾਣਯੋਗ ਸੁਪਰੀਮ ਕੋਰਟ ਕੋਈ ਰਿਸਟ੍ਰਿਕਸ਼ਨ ਲਗਾਉਂਦਾ ਹੈ ਜਾਂ ਕੋਈ ਡਾਇਰੈਕਸ਼ਨ ਜਾਰੀ ਕਰਦਾ, ਹਾਲਾਂਕਿ ਪਿਛਲੇ ਕੱਲ ਸਰਕਾਰ ਨੇ ਵਾਰ-ਵਾਰ, ਦੇਸ਼ ਦੀ ਸਰਕਾਰ ਨੇ ਵਾਰ-ਵਾਰ ਸੱਪ ਜਿਹੜਾ ਹੈ ਸੁਪਰੀਮ ਕੋਰਟ ਦੇ ਗਲ 'ਚ ਪਾਉਣ ਦੀ ਕੋਸ਼ਿਸ਼ ਕੀਤੀ ਆ ਇਹ ਸਾਰੇ, ਔਰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਲੇਕਿਨ ਸੁਪਰੀਮ ਕੋਰਟ ਨੇ ਕੱਲ ਸਪਸ਼ਟਲੀ ਕਿਹਾ ਹੈ ਵੀ ਦਿੱਲੀ ਦੀ ਜਿਹੜੀ ਪੁਲਿਸ ਹੈ ਜਾਂ ਐਜੂਕੇਟਿਵ ਜਿਹੜੀ ਵਰਗ ਹੈ ਜਾਂ ਸਾਡੀ ਸਰਕਾਰ ਦਾ ਜਿਹੜਾ ਦਾਇਰਾ ਹੈ, ਉਹ ਇਹਨੂੰ ਤੈਅ ਕਰੇ। ਉਹਨਾਂ ਦੀ ਡਿਸਕ੍ਰਿਸ਼ਨ ਹੈ, ਉਹਨਾਂ ਦੀ ਜਿਹੜੀ ਹੈਗੀ ਆ, ਉਹਨਾਂ ਦੇ ਅੰਤਰਗਤ ਮਾਮਲਾ ਹੁੰਦਾ ਹੈ। ਲੇਕਿਨ ਮੈਨੂੰ ਲੱਗਦਾ ਹੈ ਵੀ ਸਰਕਾਰ ਕਿਉਂਕਿ ਸਾਰੇ ਮੋਰਚਿਆਂ ਤੇ ਫੇਲ ਹੋ ਗਈ ਆ। ਤੁਸੀਂ ਦੇਖੋ, ਜਿਹੜਾ ਗੋਦੀ ਮੀਡੀਆ ਦਾ ਇੱਕ ਬਹੁਤ ਵੱਡਾ ਚੈਨਲ ਸੰਘ ਪਾੜ ਕੇ ਰੌਲਾ ਪਾਉਂਦਾ ਸੀ ਕਿਸਾਨਾਂ ਦੇ ਖਿਲਾਫ, ਜਿਸ ਦਿਨ ਦੇ ਉਹਦੇ WhatsApp ਲੀਕ ਹੋਏ ਆ, ਪੁਲਵਾਮਾ ਵਾਲੀ ਘਟਨਾ ਦੇ ਬਾਰੇ ਉਹਦੀ ਸੱਚਾਈ ਸਾਹਮਣੇ ਆਈ ਆ, ਜਿਸ ਤਰੀਕੇ ਦੀਆਂ ਸਰਕਾਰ ਦੇ ਮੰਤਰੀਆਂ ਦੀਆਂ ਕਾਰਗੁਜ਼ਾਰੀਆਂ, ਐਂਟੀ ਪੀਪਲਸ ਕਾਰਗੁਜ਼ਾਰੀਆਂ ਸਾਹਮਣੇ ਆਈਆਂ, ਉਸ ਤੇ ਕੋਈ ਚੈਨਲ ਨਹੀਂ ਗੱਲ ਕਰ ਰਿਹਾ। ਔਰ ਕਿਸਾਨਾਂ ਦੇ ਪੀਸਫੁਲ ਐਜੀਟੇਸ਼ਨ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚਾਹੇ NIA ਦੇ ਨੋਟਿਸ ਭੇਜਣ ਦੀ ਗੱਲ ਹੈ, NIA ਦੇ ਨੋਟਿਸ ਨਾਲ ਕੋਈ ਫਰਕ ਨਹੀਂ ਪੈਣਾ, ਨਾ ਕਿਸੇ ਨੂੰ ਕੋਈ ਪਰਵਾਹ ਆ। ਸਰਕਾਰ ਦੀਆਂ ਏਜੰਸੀਆਂ ਖਾਮ-ਖਾਂ ਆਪਣੀਆਂ ਸਰਕਾਰ ਦਾ ਜਿਹੜਾ ਤੰਤਰ ਹੈ, ਆਪਣੀ ਜਿਹੜੀ ਕ੍ਰੈਡੀਬਿਲਿਟੀ ਉਹਨੂੰ ਡਾਊਨ ਕਰਵਾ ਰਿਹਾ ਇਸ ਤਰੀਕੇ ਨਾਲ। ਔਰ ਮੈਨੂੰ ਲੱਗਦਾ ਹੈ ਵੀ ਹਾਂ ਜੀ 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 ਆਪਣੀ ਗੱਲ ਮੁਕੰਮਲ ਕਰ ਲਓ ਪਲੀਜ਼। ਮੈਨੂੰ ਲੱਗਦਾ ਹੈ ਵੀ ਹੁਣ ਸਰਕਾਰ ਆਪਣੀ ਵਿਵੇਕ ਨਾਲ ਕੰਮ ਲਊਗੀ ਔਰ ਕਿਸਾਨਾਂ ਨੂੰ 26 ਤਰੀਕ ਦੀ ਪਰੇਡ ਵਾਸਤੇ ਅਲਾਉ ਵੀ ਕਰੂਗੀ, ਪਰਮਿਟ ਵੀ ਕਰੂਗੀ, ਤਾਂ ਕਿ ਇੱਕ ਪੀਸਫੁਲ ਤਰੀਕੇ ਨਾਲ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕਿਸਾਨ ਇਸ ਪਰੇਡ ਦਾ ਹਿੱਸਾ ਬਣ ਸਕਣ। ਥੈਂਕ ਯੂ ਬੰਦੇਰ ਸਾਹਿਬ। ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਕੰਗ ਸਾਹਿਬ ਨੇ ਜਿਸ ਮਾਮਲੇ ਤੇ ਤੁਹਾਡੇ ਤੋਂ ਪਹਿਲਾਂ ਗੱਲ ਕੀਤੀ ਹੈ ਕਿ ਸਰਕਾਰ ਵੱਲੋਂ ਇਦਾਂ ਦੀਆਂ ਖੇਡਾਂ ਵੀ ਖੇਡੀਆਂ ਜਾ ਰਹੀਆਂ। ਹਰਿਆਣਾ ਦੇ ਕਿਸਾਨ ਨੇਤਾ ਨੂੰ ਜਿਸ ਤਰੀਕੇ ਨਾਲ ਰਾਸ਼ਟਰੀ ਧਿਰਾਂ ਨਾਲ ਜੋੜ ਕੇ ਕਿਸਾਨੀ ਅੰਦੋਲਨ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਤੁਹਾਡੇ ਹਮਾਇਤੀਆਂ ਨੂੰ ਜਿਹੜੇ ਫੰਡਸ ਵਗੈਰਾ ਦੇ ਮੁੱਦਿਆਂ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਜਾ ਰਹੇ ਹੈ, ਕੀ ਲੱਗਦਾ ਹੈ ਕਿ ਇਦਾਂ ਦੀਆਂ ਖੇਡਾਂ ਵੀ ਖੇਡੀਆਂ ਜਾ ਰਹੀਆਂ ਕਿ ਕਿਸਾਨੀ ਅੰਦੋਲਨ ਨੂੰ ਖੰਡਾਇਆ ਜਾਵੇ? ਜੀ ਬੰਦੇਰ ਜੀ। ਬਿਲਕੁਲ ਬਿਲਕੁਲ, ਇਸੇ ਕਰਕੇ ਭਾਜਪਾ ਸਰਕਾਰ ਅੰਦੋਲਨ ਨੂੰ ਲੰਬਾ ਖਿੱਚਣਾ ਚਾਹੁੰਦੀ ਆ। ਸ਼ਾਇਦ ਉਹਨਾਂ ਨੂੰ 2-3 ਪੱਖ ਆ ਤੇ ਉਹਨਾਂ ਦੇ ਬੰਦੇ ਅੰਦੋਲਨ 'ਚ ਬੜੇ ਜਾਂ ਕੋਈ ਸ਼ਰਾਰਤ ਕਰਵਾ ਦੇਣ ਜੀ, ਜਾਂ ਲੀਡਰਸ਼ਿਪ ਵਿੱਚ ਫੁੱਟ ਪਵਾ ਦੇਣ, ਜਾਂ ਉਹ ਅੰਦੋਲਨ ਨੂੰ ਬਦਨਾਮ ਕਰ ਲੈਣ। ਠੀਕ ਹੈ ਜੀ। ਤੇ ਪੰਜਾਬ ਨੂੰ ਅੱਡ ਕਰਕੇ ਕੁੱਟਣ ਦੇ ਵੀ ਬਹੁਤ ਸਾਰੇ ਤਰੀਕੇ ਉਹਨਾਂ ਅਪਣਾਏ ਨੇ, ਪਰ ਅਜੇ ਤੱਕ ਉਹ ਸਾਰਿਆਂ ਕੰਮਾਂ ਤੇ ਨਾਕਾਮਯਾਬ ਹੋਏ ਆ। ਸੋ ਇਹ ਚਾਲਾਂ ਤਾਂ ਸਰਕਾਰਾਂ ਚੱਲਦੀਆਂ ਹੁੰਦੀਆਂ ਤੇ ਉਹਦਾ ਹਿੱਸਾ ਹੀ ਸੀਗਾ ਜਿਹਦੇ ਤੁਸੀਂ ਚਰਚਾ ਕਰ ਰਹੇ ਹੋ। ਪਰ ਬੰਦੇਰ ਜੀ, ਇੱਕ ਗੱਲ ਮੈਂ ਜਿੱਦਾਂ ਦਰਸ਼ਕਾਂ ਲਈ ਜਾਣਨਾ ਚਾਹੁੰਦਾ ਹੈ, ਕਿਉਂਕਿ ਬਹੁਤ ਵੱਡਾ ਅੰਦੋਲਨ ਹੈ, ਬਹੁਤ ਵੱਡੀ ਹਮਾਇਤ ਹੈ, ਇਸ ਗੱਲ ਦੀ ਉਮੀਦ ਰੱਖਾਂਗੇ ਕਿ ਕਿਸਾਨੀ ਅੰਦੋਲਨ, ਕਿਸਾਨੀ ਲੀਡਰਸ਼ਿਪ ਪੂਰੀ ਤਰ੍ਹਾਂ ਇਕਮੁੱਠ ਹੈ ਇਹਨਾਂ ਮੁੱਦਿਆਂ ਤੇ। ਬਿਲਕੁਲ ਜੀ, ਸਾਰੇ ਕਿਸਾਨ ਲੀਡਰ ਇਕਮੁੱਠ ਆ। ਜਿਹੜੇ ਪ੍ਰੋਗਰਾਮ ਨੇ ਸਾਡੇ 4 ਮੰਗਾਂ ਨੇ, ਉਸ ਮੰਗਾਂ ਤੇ ਕੋਈ ਮਤਭੇਦ ਨਹੀਂ, ਨਿਸ਼ਾਨਾ ਇੱਕ ਆ। ਤਾਂ ਬਿਲਕੁਲ ਇਕੱਠੇ ਹੋ ਕੇ ਸਾਰੇ ਸੰਘਰਸ਼ ਕਰ ਰਹੇ ਆ ਜੀ। ਜਾਣੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਤੇ MSP ਨੂੰ ਕਾਨੂੰਨੀ ਮਾਨਤਾ ਦਿੱਤੇ ਬਗੈਰ ਹੋਰ ਕੋਈ ਸਮਝੌਤਾ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ ਜੀ। ਕੋਈ ਮੈਂ ਤਾਂ ਕਹਿੰਦਾ ਨਾ, ਫੁੱਲ ਸਟਾਪ ਨਹੀਂ ਵਿੱਚ ਵਾਰਾ ਖਾਊਗਾ ਨੱਕਾ ਕੰਨਾ ਜੀ। ਠੀਕ ਹੈ ਜੀ, ਓਕੇ, ਥੈਂਕ ਯੂ। ਸਿੰਗੜਾ ਸਾਹਿਬ, ਇਸੇ ਮੁੱਦੇ ਤੇ ਤੁਹਾਡੇ ਤੋਂ ਸਵਾਲ ਕਿ ਕੇਂਦਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਸਾਨੀ ਅੰਦੋਲਨ ਨੂੰ ਖੰਡਾਉਣ ਦੇ ਲਈ, ਪਰ ਜਿਹੜੇ 3 ਵੱਡੇ ਮੁੱਦੇ ਹੈ, ਖੇਤੀ ਕਾਨੂੰਨਾਂ ਦੀ ਗੱਲ ਤੇ MSP ਦੀ ਗੱਲ, ਉਹਨਾਂ ਮਾਮਲਿਆਂ ਤੋਂ ਹੇਠਾਂ ਆਇਆ ਜਾ ਸਕਦਾ ਹੈ? ਕਿਸਾਨੀ ਲੀਡਰਸ਼ਿਪ ਲਈ ਕੋਈ ਹੋਰ ਰਾਹ ਨਜ਼ਰ ਆ ਰਿਹਾ ਤੁਹਾਨੂੰ? ਜੀ ਸਿੱਧੂ ਸਾਹਿਬ, ਜਿਸ ਤਰ੍ਹਾਂ ਤੁਹਾਨੂੰ ਹੁਣੇ ਬੰਦੇਰ ਸਾਹਿਬ ਨੇ ਕਨਕਲੂਡ ਕਰਦੇ ਹੋਏ ਇਹ ਕਹਿਤਾ ਕਿ ਕੰਨਾ ਬਿੰਦੀ ਕੌਮਾ ਕੋਈ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਵੀ ਨਹੀਂ ਹੋ ਸਕਦੀ, ਉਹਦੇ ਪਿੱਛੇ ਇੱਕ ਰੀਜ਼ਨ ਹੈ, ਇਕਨੋਮਿਕ ਰੀਜ਼ਨ ਹੈ, ਐਗਰੀਕਲਚਰਲ ਇਕਨੋਮਿਕਸ ਦੇ ਤੌਰ ਤੇ ਇੱਕ ਰੀਜ਼ਨ ਹੈ। ਇਹਨਾਂ ਕਾਨੂੰਨਾਂ ਦੀ ਜਿੰਨੀ ਪੜਚੋਲ ਹੋ ਚੁੱਕੀ ਹੈ, ਮੈਂ ਇੰਨੀ ਪੜਚੋਲ ਕਿਸੇ ਕਾਨੂੰਨ ਦੀ ਅਜੇ ਤੱਕ ਦੇਖੀ ਨਹੀਂ ਹੈ। ਟ੍ਰੈਫਿਕ ਦੇ ਕਾਨੂੰਨ ਸਾਡੇ ਰੋਜ਼ ਨਾਮਚੇ 'ਚ ਯੂਜ਼ ਹੁੰਦੇ ਆ, ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਇੰਨੀ ਜਾਣਕਾਰੀ ਨਹੀਂ ਹੈਗੀ ਕਿਉਂਕਿ ਪੜ੍ਹਨ ਦੀ ਲੋੜ ਹੀ ਨਹੀਂ ਪਈ, ਪੜ੍ਹਿਆ ਹੀ ਨਹੀਂ ਕਿਸੇ ਨੇ। ਤੁਸੀਂ ਟਿੱਕਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਜਾਂ ਕਿਸੇ ਹੋਰ ਜਗ੍ਹਾ ਜਾ ਕੇ ਸਧਾਰਨ ਕਿਸਾਨ ਨੂੰ ਵੀ ਪੁੱਛ ਲਓ, ਉਹ ਤੁਹਾਨੂੰ 80% ਕਾਨੂੰਨ ਬਾਰੇ ਦੱਸ ਦੇਗਾ। ਸੋ ਇਹ ਜਿਹੜੀ ਮੰਗ ਜਿਹੜੀ ਬੰਦੇਰ ਸਾਹਿਬ ਨੇ ਕਹੀ ਹੈ ਨਾ ਕਿ ਤਿੰਨੇ ਹੀ ਕਾਨੂੰਨ ਰੱਦ ਤੇ MSP ਤੋਂ ਥੱਲੇ ਕੰਨਾ ਬਿੰਦੀ ਵੀ ਨਹੀਂ, ਇਹਦਾ ਉਹੀ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਇਕਨੋਮਿਕ ਰੀਜ਼ਨ ਹੈ, ਇੱਥੇ ਨੈਰੋ ਡਾਊਨ ਹੋ ਚੁੱਕੀ ਹੈ। ਜਿਹੜੀ ਗੱਲਬਾਤ ਹੋਈ ਹੈ, ਜਿਹੜੀ ਚਰਚਾ ਹੋਈ ਹੈ, ਜਿਹੜੀ ਤੋਮਰ ਸਾਹਿਬ ਬਾਰ-ਬਾਰ ਕਹਿੰਦੇ ਚਰਚਾ ਕਰਾਂਗੇ, ਹੋਰ ਕਿਸੇ ਮੀਟਿੰਗ ਚਰਚਾ ਨਹੀਂ ਹੋਈ ਕਿਉਂਕਿ ਕਿਸਾਨ ਕਹਿੰਦੇ ਆ ਵੀ ਜਿਸੇ ਯੈਸ ਔਰ ਨੋ ਕਹਿਣ ਦੀ ਹਾਲ ਦੀ ਘੜੀ ਮੈਂ ਕਹੂੰਗਾ, ਕਿਉਂਕਿ ਬੰਦੇ ਬੜੇ ਖਤਰਨਾਕ ਨੇ। ਕੇਂਦਰ ਸਰਕਾਰ ਜਿਨ੍ਹਾਂ ਦੇ ਹੱਥ 'ਚ ਬਹੁਤ ਖਤਰਨਾਕ ਪਾਰਟੀ ਹੈ, ਉਹਨਾਂ 'ਚ ਯੈਸ ਨੋ ਕਹਿਣ ਦੀ ਹਿੰਮਤ ਨਹੀਂ ਹਾਲ ਦੀ ਘੜੀ ਮੈਂ ਤਾਂ ਕਹਿਣਾ, ਪਰ ਮਤਲਬ ਉਹ ਤੋਂ ਬਿਨਾਂ ਚਾਰਾ ਕੋਈ ਨਹੀਂ ਕਿਉਂਕਿ ਕਿਸਾਨਾਂ ਨੇ ਡਿਸਕਸ਼ਨ ਨੂੰ ਨੈਰੋ ਡਾਊਨ ਕਰਕੇ ਕਨਕਲੂਡ ਇਹ ਕੱਢ ਦਿੱਤਾ ਵੀ ਇਹ ਰੱਦ ਕਰਨੇ ਪੈਣੇ ਆ ਕਿਉਂਕਿ ਕਿਸਾਨਾਂ ਦਾ ਕੋਈ ਫਾਇਦਾ ਨਹੀਂ। ਨੰਬਰ 2 ਸਿੱਧੂ ਸਾਹਿਬ ਮੈਂ ਕਰ ਦਿੰਦਾ ਕਨਕਲੂਡ, ਇੱਕ ਇਹ ਆ ਵੀ ਫੈਡਰਲ ਢਾਂਚੇ ਦੀ ਗੱਲ ਆ, ਜਿਹੜਾ ਉਹ ਮੁੱਦਾ ਹੀ ਸੂਬਿਆਂ ਦਾ ਆ, ਸੂਬਿਆਂ ਦੇ ਅਧਿਕਾਰ ਆ ਜਿੱਥੇ ਇਹਨਾਂ ਨੇ ਕਾਨੂੰਨ ਬਣਾਏ ਆ। ਕੱਲ ਨੂੰ ਇੱਕ ਵਾਰੀ ਕਿਸਾਨ ਆਪਣੀ ਮੋਹਰ ਥੋੜੀ ਲਾ ਸਕਦੇ ਇਸ ਗੱਲ ਤੇ ਕਿ ਅੰਦਰੋਂ ਪੀਪਾ ਬਾਹਰੋਂ ਉਹੀ ਰੱਖ ਕੇ ਅੰਦਰ ਸਾਰਾ ਚੇਂਜ ਕਰਾ ਕੇ, ਇਹਦਾ ਮਤਲਬ ਕਿਸਾਨਾਂ ਦਾ ਅੰਗੂਠਾ ਲਵਾਉਣਾ ਚਾਹੁੰਦੇ ਆ ਇਹ ਕਿ ਸੂਬਿਆਂ ਦੇ ਅਧਿਕਾਰਾਂ ਤੇ ਜਿੰਨੇ ਮਰਜ਼ੀ ਬਿੱਲ ਬਣਾਓ। ਤੇ ਨਾਲੇ ਅੱਗੇ ਤੋਂ ਫਿਰ ਕੀ ਪਤਾ ਜਿਸ ਹਿਸਾਬ ਨਾਲ ਬਣੇ ਆ
ਕਿ ਵੋਇਸ ਵੋਟ ਨਾਲ ਰਾਜ ਸਭਾ ਧੱਕੇ ਨਾਲ ਪਾਸ ਕਰਾਇਆ, ਜਿਹੜਾ ਕਿ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਉਹਦੇ ਤੇ ਵੀ ਮੋਹਰ ਲੱਗਦੀ ਹੈ। ਸੋ ਇੱਕ ਰੀਜ਼ਨ ਨਹੀਂ, ਕਈ ਰੀਜ਼ਨ ਹੈ ਕਿ ਕਨਕਲੂਡ ਇੱਥੇ ਹੋ ਚੁੱਕਾ ਕਿ ਸਮਝੌਤਾ ਇੱਥੇ ਹੀ ਹੋਣਾ ਹੈ। ਓਕੇ, ਥੈਂਕ ਯੂ ਵੈਰੀ ਮਚ। ਕੰਗ ਸਾਹਿਬ, ਇਸੇ ਮੁੱਦੇ ਤੇ ਤਿੰਨੇ ਖੇਤੀ ਕਾਨੂੰਨਾਂ ਦੀ ਜਦੋਂ ਗੱਲ ਕਰਦੇ ਹਾਂ ਆਪਾਂ, MSP ਦੀ ਗੱਲ ਕਰਦੇ ਹਾਂ, ਤੁਸੀਂ ਕਿਸਾਨਾਂ ਦੇ ਵਿੱਚ ਬੈਠੇ ਹੋ, ਬਾਰ-ਬਾਰ ਜਿਹੜਾ ਤੋਮਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਹੀਂ ਆਪਾਂ ਗੱਲ ਕਰਾਂਗੇ, ਪਰ ਇਸ ਤੋਂ ਇਲਾਵਾ ਕਿਸੇ ਹੋਰ ਮੁੱਦੇ ਤੇ ਗੱਲ ਕਰੋ, ਪੁਆਇੰਟ ਬਾਈ ਪੁਆਇੰਟ ਆਪਾਂ ਡਿਸਕਸ ਕਰ ਸਕਦੇ ਹਾਂ। ਤੁਹਾਨੂੰ ਲੱਗਦਾ ਹੈ ਕੋਈ ਹੋਰ ਰਾਹ ਹੈ? ਦੇਖੋ ਸਿੱਧੂ ਸਾਹਿਬ, ਇਟ ਇਜ਼ ਵੈਰੀ ਅਨਫੋਰਚੂਨੇਟ ਔਰ ਬੇਸਿਕ ਸਵਾਲ ਇਹ ਆ, ਅੱਜ ਤੋਂ ਪਹਿਲਾਂ ਹਿਸਟੋਰੀਕਲ ਵੀ ਆਪਾਂ ਦੇਖ ਲਈਏ, ਜਦੋਂ ਵੀ ਕੋਈ ਕਿਸੇ ਸਰਕਾਰ ਨੇ ਕਾਨੂੰਨ ਬਣਾਇਆ ਉਹਦੇ 'ਚ ਅਗਰ ਕੋਈ ਅਮੈਂਡਮੈਂਟ ਹੋਈ ਆ ਤੇ 20 ਸਾਲ ਬਾਅਦ, 40 ਸਾਲ ਬਾਅਦ, 30 ਸਾਲ ਬਾਅਦ, 50 ਸਾਲ ਬਾਅਦ ਹੋਈ ਆ। ਇਹ ਇਕਲੌਤਾ ਐਸਾ ਕਾਨੂੰਨ ਹੈ ਜਿਹੜਾ ਇਸ ਦੇਸ਼ ਦੀ ਸਰਕਾਰ ਨੇ ਬਣਾਇਆ ਔਰ 1 ਮਹੀਨੇ ਦੇ ਅੰਦਰ ਅੰਦਰ ਉਹਨੇ ਕਹਿਤਾ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹੈ। ਇਹਦਾ ਕੀ ਮਤਲਬ ਹੈ ਜੀ? ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਸਰਕਾਰ ਇਹ ਮੰਨ ਰਹੀ ਆ ਵੀ ਕਾਨੂੰਨ ਗਲਤ ਹੈ, ਅਫੀਸ਼ੀਅਲੀ ਮੰਨ ਰਹੀ ਆ, ਤੇ ਵਾਰ-ਵਾਰ ਉਹੀ ਕਹਿਣਾ। ਕਿਸਾਨ ਜਥੇਬੰਦੀਆਂ ਨੇ ਜਦੋਂ ਵਾਰ-ਵਾਰ ਕਹਿਤਾ ਵੀ ਅਸੀਂ 4 ਵਾਰ 8-8 ਘੰਟੇ ਲਗਾ ਕੇ ਇੱਕ-ਇੱਕ ਕਲੌਜ਼ ਤੇ ਡਿਸਕਸ਼ਨ ਕਰਕੇ, ਇੱਕ-ਇੱਕ ਪੁਆਇੰਟ ਤੇ ਡਿਸਕਸ ਕਰਕੇ ਸਾਰਾ ਕਾਨੂੰਨਾਂ ਤੇ ਚਰਚਾ ਸਰਕਾਰ ਨਾਲ ਕਰ ਲਈ। ਇਸ ਕਰਕੇ ਤੇ ਸਰਕਾਰ ਅਮੈਂਡਮੈਂਟ ਲਈ ਬੰਨੀ ਆ। ਤੇ ਜੇ ਚਰਚਾ ਹੋ ਗਈ ਆ ਤੇ ਉਸ ਐਕਸਰਸਾਈਜ਼ ਨੂੰ ਰਿਪੀਟ ਕਰਨਾ ਤੇ ਕਿਤੇ ਨਾ ਕਿਤੇ ਗੁੰਮਰਾਹ ਕਰਨ ਵਾਲੀਆਂ ਗੱਲਾਂ ਹੈ ਨਾ। ਔਰ ਜਿਹੜੇ ਤੋਮਰ ਸਾਹਿਬ ਆਪਣਾ ਪੋਲਾ ਜਿਹਾ ਮੂੰਹ ਬਣਾ ਕੇ ਬਾਹਰ ਆ ਕੇ ਕਹਿ ਦਿੰਦੇ ਆ ਨਾ ਚਰਚਾ ਜਾਰੀ ਹੈ, ਪੋਜ਼ਿਟਿਵ ਸਮਾਧਾਨ ਨਿਕਲੇਗਾ, ਉਹਨਾਂ ਦੇ ਤੇ ਅੱਲੇ ਪੱਲੇ ਹੀ ਕੁਛ ਨਹੀਂ ਹੈਗਾ, ਉਹਨਾਂ ਦੇ ਵੱਸ ਦੀ ਗੱਲ ਨਹੀਂ ਆ। ਉਹ ਸਾਰੇ ਜਿਹੜੇ ਉਹ ਕੀ ਕਹਿੰਦੇ ਉਹ ਖਿਡੌਣੇ ਆ ਜਿਨ੍ਹਾਂ ਦੀ ਚਾਬੀ ਜਿਹੜੀ ਆ PMO ਔਰ ਅਮਿਤ ਸ਼ਾਹ ਹੁਣੇ ਭਰਦੇ ਆ, ਉਹਨਾਂ ਨੂੰ ਉਹਨਾਂ ਕੀ ਕਿਹਾ ਜਾਂਦਾ ਵੀ ਇੰਨਾ ਬੋਲ ਦੋ, ਉਹਨਾਂ ਦੇ ਅੱਲੇ ਪੱਲੇ ਕੁਛ ਨਹੀਂ ਆ। ਡਿਸੀਜਨ ਮੇਕਰ ਸੈਂਟਰਲਾਈਜ਼ ਸਰਕਾਰ ਹੈ ਔਰ ਡਿਕਟੇਟਰ ਇਹ ਸਰਕਾਰ ਹੈ, ਔਰ ਇਸ ਸਰਕਾਰ ਦਾ ਜਿਹੜਾ ਚੀਫ ਹੈ ਉਹ ਡਿਕਟੇਟਰਸ਼ਿਪ ਨਾਲ ਸਰਕਾਰ ਚਲਾ ਰਿਹਾ। ਵਾਰ-ਵਾਰ ਸਰਕਾਰੀ ਤੌਰ ਤੇ ਮੰਨਣ ਦੇ ਬਾਵਜੂਦ ਉਹ ਇਸ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੇ। ਸਿਰਫ ਅੜੀ ਦੀ ਗੱਲ ਹੈ, ਜਿੱਤ ਦੀ ਗੱਲ ਹੈ, ਬੱਚਿਆਂ ਵਾਲੀ ਅੰਕਾਰ ਦੀ ਗੱਲ ਹੈ। ਇਸ ਕਰਕੇ ਉਸੇ ਗੱਲ ਨੂੰ ਰਿਪੀਟ ਕਰਨਾ ਕਿਸਾਨਾਂ ਵੱਲੋਂ ਵਾਰ-ਵਾਰ ਇਹ ਗੱਲ ਠੀਕ ਨਹੀਂ ਹੈ। ਨਹੀਂ ਮੰਨਣਗੇ ਕੋਈ ਗੱਲ ਨਹੀਂ, 1 ਮਹੀਨਾ ਹੋਰ ਸਹੀ, 2 ਮਹੀਨੇ ਹੋਰ ਸਹੀ, ਅਲਟੀਮੇਟਲੀ ਤੇ ਇਹਨਾਂ ਨੂੰ ਕਾਨੂੰਨ ਵਾਪਸ ਲੈਣੇ ਹੀ ਪੈਣੇ ਆ। ਇਹ ਤੇ ਬਿਲਕੁਲ ਜਿਹੜਾ ਕਿਸਾਨ ਦ੍ਰਿੜ ਨਿਸ਼ਚੈ ਕਰਕੇ ਉੱਥੇ ਗਏ ਆ। ਕੰਗ ਸਾਹਿਬ, ਤੁਸੀਂ ਜਿੱਦਾਂ ਮੈਂ ਕਹਿ ਰਿਹਾ ਕਿ ਲਗਾਤਾਰ ਕਿਸਾਨਾਂ 'ਚ ਬੈਠੇ ਹੋ, ਤੁਸੀਂ ਦਿੱਲੀ ਬਾਰਡਰ ਦੇ ਉੱਤੇ ਵੀ ਲੰਬੇ ਦਿਨ ਰਹੇ ਹੋ, ਹੁਣ ਮੱਧ ਪ੍ਰਦੇਸ਼ ਦੇ ਵਿੱਚ ਵੀ ਕਿਸਾਨਾਂ ਨੂੰ ਆਰਗੇਨਾਈਜ਼ ਕਰ ਰਹੇ ਹੋ, ਜਿੱਦਾਂ ਦਾ ਕੇਂਦਰ ਦਾ ਰਵੱਈਆ ਨਜ਼ਰ ਆ ਰਿਹਾ ਹੈ, ਅਗਰ ਇਹ ਗੱਲਬਾਤ ਲੰਮੀ ਪੈਂਦੀ ਹੈ ਜਾਂ ਲੰਬੀ ਗੱਲ ਕਰਕੇ ਜਾਣ ਕੇ ਹੰਭਾਉਣਾ ਚਾਹੁੰਦੇ ਆ, ਥਕਾਉਣਾ ਚਾਹੁੰਦੇ ਆ ਕਿਸਾਨਾਂ ਨੂੰ, ਇਸ ਲੰਬੀ ਲੜਾਈ ਲਈ ਜਿਹੜਾ ਮੂਡ ਹੈ ਕਿਸਾਨਾਂ ਦਾ ਉਹ ਨਜ਼ਰ ਆ ਰਿਹਾ ਹੈ ਕਿ ਲੰਬੀ ਲੜਾਈ ਲੜਨਗੇ ਕਿਸਾਨ ਅਗਰ ਜ਼ਰੂਰਤ ਪੈਂਦੀ ਹੈ, ਜੋ ਨਜ਼ਰ ਆ ਰਿਹਾ ਹੈ। ਦੇਖੋ ਕਿਸਾਨਾਂ ਨੇ ਤੇ ਵਾਰ-ਵਾਰ ਗੱਲ ਕਹੀ ਆ ਵੀ ਅਸੀਂ ਕਣਕ ਬੀਜਣ ਤੋਂ ਬਾਅਦ 6 ਮਹੀਨੇ ਤੱਕ ਡੀਕਦੇ ਆ ਉਹਦੇ ਵੱਢਣ ਦੀ। ਇਹ ਪੇਸ਼ੈਂਸ ਹੈ ਕਿਸਾਨ ਦਾ। ਔਰ ਸਰਕਾਰ ਜਿਹੜੀ ਕਿੰਨਾ ਚਿਰ ਲਟਕਾਊਗੀ? ਦੇਖੋ ਅੱਜ ਸਾਰੀ ਦੁਨੀਆ 'ਚ ਸਰਕਾਰ ਦੀ ਬਦਨਾਮੀ ਹੋ ਰਹੀ ਆ। ਸਰਕਾਰ ਆਪਣਾ ਪਾਰਲੀਮੈਂਟ ਦਾ ਸੈਸ਼ਨ ਸੱਦਣ ਤੋਂ ਇਨਕਾਰੀ ਆ, ਭੱਜ ਰਹੀ ਆ। ਸਰਕਾਰ ਦੀ ਇੱਕ ਬਹੁਤ ਵੱਡਾ ਤਬਕਾ ਜਿਹੜਾ ਅੰਦਰ ਬੈਠ ਕੇ ਇਸ ਕਾਨੂੰਨਾਂ ਦੇ ਖਿਲਾਫ ਹੈ। ਸਰਕਾਰ ਦੇ ਮੋਦੀ ਸਰਕਾਰ ਦੇ ਵੱਖ-ਵੱਖ ਸੂਬਿਆਂ 'ਚ ਜਿਹੜੇ ਲੀਡਰ ਹੈ ਉਹ ਆਫ ਦਾ ਰਿਕਾਰਡ ਮੰਨਣ ਲੱਗ ਗਏ ਆ। ਜਿਸ ਦਿਨ ਵੀ ਇਹ ਪਾਰਲੀਮੈਂਟ ਦਾ ਸੈਸ਼ਨ ਸੱਦਦੇ ਆ ਉਸ ਦਿਨ ਇੱਕ-ਇੱਕ BJP ਦਾ ਮੈਂਬਰ ਪਾਰਲੀਮੈਂਟ ਹੋਵੇ ਚਾਹੇ ਦੂਸਰੀਆਂ ਵਿਰੋਧੀ ਪਾਰਟੀਆਂ ਦਾ, ਉਹਨਾਂ ਨੂੰ ਆਪਣਾ ਸਟੈਂਡ ਤੇ ਕਲੀਅਰ ਕਰਨਾ ਹੀ ਪੈਣਾ ਹੈ। ਇਸ ਕਰਕੇ ਸਰਕਾਰ ਕਿੰਨਾ ਚਿਰ ਲਟਕਾਊਗੀ? ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਰਿਪਬਲਿਕ ਡੇ ਤੋਂ ਆਉਣ ਤੋਂ ਮਨਾ ਕਰਤਾ ਬਿਕੋਜ਼ ਆਫ ਫਾਰਮਰਸ ਨਾਲ ਜਿਸ ਤਰੀਕੇ ਨਾਲ ਧੱਕੇਸ਼ਾਹੀ ਹੋ ਰਹੀ ਆ। ਤਾਂ ਇਹ ਜਿਹੜੀ ਦੁਨੀਆ 'ਚ ਹਾਸੋਹੀਣੀ ਸਥਿਤੀ ਔਰ ਸ਼ਰਮ ਦਾ ਵਿਸ਼ਾ ਬਣ ਗਿਆ, ਔਰ ਸ਼ਰਮ ਦਾ ਵਿਸ਼ਾ ਮੋਦੀ ਸਾਹਿਬ ਦੀਆਂ ਕਰਤੂਤਾਂ ਕਰਕੇ ਬਣਿਆ ਹੈ। ਇਹਦੇ ਜ਼ਿੰਮੇਵਾਰ ਵੀ ਉਹ ਹੈ। ਅਲਟੀਮੇਟਲੀ ਜਿਸ ਤਰ੍ਹਾਂ ਸੰਘੇੜਾ ਸਾਹਿਬ ਨੇ ਕਿਹਾ, ਇਹ ਇਕਨੋਮਿਕ ਇਸ਼ੂ ਹੈ। ਕੱਲ ਰਾਜਨਾਥ ਸਿੰਘ ਜਿਹੜੇ ਡਿਫੈਂਸ ਮਿਨਿਸਟਰ ਆਫ ਦਾ ਕੰਟਰੀ ਹੈ, ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ 'ਚ ਕਿਹਾ ਹੈ ਵੀ ਜਦੋਂ ਵੀ ਦੇਸ਼ 'ਚ ਆਰਥਿਕ ਮੰਦੀ ਆਈ ਆ ਕਿਸਾਨੀ ਨੇ ਉਹਨੂੰ ਹਮਲਾ ਦਿੱਤਾ ਹੈ, ਕਿਸਾਨੀ ਨੇ ਉਹਨੂੰ ਸੰਭਾਲਿਆ ਹੈ। ਔਰ ਕਿਸਾਨ ਸਾਡੇ ਵੱਡੇ ਭਰਾ ਆ, ਕਿਸਾਨ ਸਾਡੇ ਜਿਹੜੇ ਸਭ ਤੋਂ ਵੱਡੇ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਆ। ਤਾਂ ਇਕਨੋਮਿਕ ਜਿਹੜੀ ਸਾਡੀ ਆਰਥਿਕ ਸਥਿਤੀ ਵੀ ਖੇਤੀ ਤੇ ਡਿਪੈਂਡ ਹੈ। ਤੇ ਸਾਰੀ ਦੁਨੀਆ ਜਿਸ ਤਰੀਕੇ ਨਾਲ ਥੂ ਕਰ ਰਹੀ ਹੈ, ਤੇ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਟਾਈਮ 'ਚ ਮੋਦੀ ਸਰਕਾਰ ਨੂੰ ਇਹ ਕਿਸੇ ਵੀ ਹਾਲਤ 'ਚ ਇਹਨੂੰ ਜਿਹੜਾ ਕਾਨੂੰਨ ਨੂੰ ਬਹੁਤ ਲੰਬੇ ਟਾਈਮ 'ਚ ਨਹੀਂ ਰੱਖ ਸਕਦੇ। ਕਿਸਾਨਾਂ ਦੀ ਤਿਆਰੀ ਵੈਸੇ ਲੰਬੀ ਲੜਾਈ ਦੀ ਉਹ ਪਹਿਲੇ ਦਿਨ ਤੋਂ ਹੀ ਮਿੱਥ ਕੇ ਗਏ ਆ।
ਓਕੇ ਸਿੰਗੜਾ ਜੀ, ਕੰਗ ਸਾਹਿਬ ਦੇ ਕਮੈਂਟਸ ਤੁਸੀਂ ਸੁਣੇ ਹੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੀ ਲੜਾਈ ਲੜੀ ਜਾ ਰਹੀ ਹੈ, ਸਾਰਾ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿੱਚ ਹੈ। ਖੇਤੀ ਮੰਤਰੀ ਤੇ ਦੂਜੇ ਮੰਤਰੀ ਦਾ ਉਨੀ ਕੁ ਗੱਲ ਕਰਦੇ ਆ ਜਿੰਨੀ ਕੁ ਤੋਤੇ ਦੀ ਤਰ੍ਹਾਂ ਉਹਨਾਂ ਨੂੰ ਰਟਾਈ ਹੁੰਦੀ ਹੈ। ਕਿ ਹੁਣ ਸਮਾਂ ਨਹੀਂ, ਜਦੋਂ 9ਵੀਂ 10ਵੀਂ ਮੀਟਿੰਗ ਕੀਤੀ ਜਾ ਰਹੀ ਹੈ ਉਹਦੇ ਤੇ ਵੀ ਸਵਾਲ ਉੱਠ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਆਪਣੀ ਚੁੱਪੀ ਤੋੜ ਕੇ ਇਸ ਮਾਮਲੇ 'ਚ ਦਖਲ ਦੇ ਕੇ ਮਾਮਲੇ ਦਾ ਹੱਲ ਕਰਾਉਣ ਦਾ ਸਮਾਂ ਨਹੀਂ ਆ ਗਿਆ। ਕਿਉਂ ਲਟਕਾਇਆ ਜਾ ਰਿਹਾ ਇਸ ਮਾਮਲੇ ਨੂੰ? ਸਿੱਧੂ ਸਾਹਿਬ, ਦੇਸ਼ ਦੇ ਹਿੱਤ 'ਚ ਤਾਂ ਇਹੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ। ਈਵਨ ਮੈਂ ਤਾਂ ਇਹ ਕਹੂੰਗਾ ਕਿ ਖੁਦ ਪ੍ਰਧਾਨ ਮੰਤਰੀ ਦੇ ਹਿੱਤ ਵਿੱਚ ਵੀ ਇਹੀ ਹੈ ਤੇ ਤੋਮਰ ਸਾਹਿਬ ਦੇ ਹਿੱਤ ਵਿੱਚ ਵੀ ਇਹੀ ਆ, ਜੋ ਇਹਨਾਂ ਦਾ ਮੰਤਰੀ ਮੰਡਲ ਆ ਉਹਦੇ ਹਿੱਤ ਵਿੱਚ ਵੀ ਇਹੀ ਆ। ਕਿਉਂਕਿ ਜੋ ਕੁਝ ਇਹ ਕਰ ਰਹੇ ਨੇ ਉਹਦੇ ਨਾਲ ਜਿਸ ਤਰ੍ਹਾਂ ਇਹਨਾਂ ਦਾ ਵਿਰੋਧ ਹੋ ਰਿਹਾ ਹੈ, ਇਹਨਾਂ ਨੂੰ ਲੱਭਣਾ ਇਹਨਾਂ ਦਾ ਕੱਖ ਨਹੀਂ ਹੈ। ਮੀਨਸ ਇਹ ਸਰਕਾਰ ਨਹੀਂ ਲੱਭਣੀ। ਇਹ ਹੋ ਸਕਦਾ ਟਰਮ ਬਿਨਾਂ ਪੂਰੀ ਕਰ ਸਕੇ, ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਇੰਨੀਆਂ ਸੀਟਾਂ ਇਹ ਜਿੱਤ ਗਏ ਆ ਤੇ ਇਹ ਮਤਲਬ ਪੱਕੇ ਹੀ ਆ। ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਆ। ਲੋਕਾਂ ਨੇ ਜਿਹਨੂੰ ਸਬਕ ਸਿਖਾਤਾ ਉਹ ਮੁੜ ਕੇ ਕੁਰਸੀ ਲੱਭਦਾ ਫਿਰੂਗਾ, ਦਿਸਣੀ ਨਹੀਂ ਕੁਰਸੀ ਕਿਤੇ। ਸੋ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਲੋਕਾਂ ਨੇ ਕੁਰਸੀ ਦਿੱਤੀ ਹੈ ਜਿਹਦੇ ਤੇ ਬੈਠੇ ਆ। ਬਾਕੀ ਕੰਗ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਸਾਰੀਆਂ ਪ੍ਰੋ ਕੇ ਕਹੀਆਂ। ਤੋਮਰ ਸਾਹਿਬ ਦੀ ਤੁਸੀਂ ਸ਼ਕਲ ਦੇਖਿਓ, ਹੁਣ ਇੱਕ ਥੋੜੀ ਬਹੁਤ ਠੀਕ ਹੈ, ਸਾਡੇ ਵਰਗੇ ਬੰਦਿਆਂ ਨੂੰ ਥੋੜੀ ਬਹੁਤ ਇਹਨਾਂ ਨਾਲ ਜਿਹੜੀ ਨਫ਼ਰਤ ਹੈ, ਥੋੜੀ ਕਿਉਂ ਕਾਫੀ, ਮੈਂ ਤਾਂ ਕਲੀਅਰਲੀ ਕਹਿੰਦਾ ਆਈ ਹੇਟ ਥੀਸ ਪੀਪਲ। ਮੈਨੂੰ ਨਫ਼ਰਤ ਹੈ ਇਹੋ ਜਿਹੇ ਕਰੂਅਲ ਬੰਦਿਆਂ ਨਾਲ। ਤੁਸੀਂ ਤੋਮਰ ਸਾਹਿਬ ਦੀ ਸ਼ਕਲ ਤਾਂ ਦੇਖੋ। ਮੈਨੂੰ ਸ਼ੋਰ ਹੈ, ਮੈਨੂੰ ਯਕੀਨ ਹੈ ਸਿੱਧੂ ਸਾਹਿਬ, ਜਿੱਦਾਂ ਅਸੀਂ ਪ੍ਰਾਇਮਰੀ ਸਕੂਲਾਂ 'ਚ ਦੇਸੀ ਸਕੂਲਾਂ 'ਚ ਪੜ੍ਹੇ ਆ ਨਾ, ਮਾਸਟਰ ਜੀ 2 ਮਿੰਟ ਜਾਵਾਂ ਜੀ, ਮਾਸਟਰ ਜੀ ਮੈਂ ਖਾਣਾ ਖਾ ਲਵਾਂ ਜੀ, ਮਾਸਟਰ ਜੀ ਮੈਂ ਬਾਥਰੂਮ ਜਾਵਾਂ ਜੀ। ਇਹ ਖਾਣਾ ਵੀ ਲੰਚ ਵੀ ਜਿਹੜਾ ਪੁੱਛ ਕੇ ਕਰਦੇ ਆ ਕਿ ਅਸੀਂ ਜੀ ਲੰਚ ਕਰ ਲਈਏ। ਨਾਲ ਦੇ ਕਮਰੇ 'ਚ ਜਿਹੜਾ ਜਾਂਦੇ ਆ ਨਾ ਕੰਗ ਸਾਹਿਬ, ਨਾਲ ਦੇ ਕਮਰੇ 'ਚ ਜਿਹੜਾ ਜਾਂਦੇ ਆ ਪੁੱਛਣ ਜਾਂਦੇ ਆ ਅਸੀਂ ਜੀ ਲੰਚ ਬ੍ਰੇਕ ਕਰ ਲਈਏ। ਇਹਨਾਂ ਦੇ ਪੱਲੇ ਹੀ ਕੁਛ ਨਹੀਂ ਹੈਗਾ, ਇਹਨਾਂ ਦੇ ਪੱਲੇ ਹੀ ਕੁਛ ਨਹੀਂ। ਕਿੰਨਾ ਝੂਠ ਬਣਾਉਂਦੇ ਆ, ਉੱਥੇ ਕਿਸਾਨਾਂ ਨੂੰ ਸੱਦ ਕੇ ਬਹਿ ਜਾਂਦੇ ਆ। ਕੋਈ ਵੀ ਚਰਚਾ ਹੋਈ ਆ ਪਿਛਲੀਆਂ 3 ਮੀਟਿੰਗਸ ਵਿੱਚ, ਔਰ ਇੰਨੇ ਕਰੂਅਲ ਬੇਦਰਦ ਬੰਦੇ, ਇਹ ਇੰਨੀ ਕਰੂਅਲਿਟੀ ਇਹਨਾਂ 'ਚ। ਰੋਜ਼ 2 ਬੋਡੀਜ਼ ਉੱਠਦੀਆਂ, ਰੋਜ਼ 2 ਕਿਸਾਨ ਸ਼ਹੀਦ ਹੁੰਦੇ ਆ। ਉਹਨਾਂ ਨੇ ਐਵਰੇਜ ਹੁਣ ਵੱਧ ਰਹੀ ਹੈ ਐਵਰੇਜ, ਹਾਂਜੀ। ਔਰ ਇਹ ਕਿਸਾਨਾਂ ਨੇ ਜੈ ਜਵਾਨ ਜੈ ਕਿਸਾਨ, ਜਿੱਦਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ, ਕਿਸਾਨਾਂ ਨੇ ਖੇਤਾਂ 'ਚ ਨਹੀਂ ਮਿਹਨਤ ਕੀਤੀ ਇਕੱਲੀ। ਕਿਸਾਨਾਂ ਦਾ ਦੂਜਾ ਪੁੱਤ ਜਿਹੜਾ ਬਾਰਡਰ ਤੇ ਲੜਦਾ ਰਿਹਾ, ਆਤਮ ਨਿਰਭਰ ਕਰਨ ਲਈ ਕਿਸਾਨਾਂ ਨੇ ਸਭ ਤੋਂ ਵੱਡੀ ਕੁਰਬਾਨੀ ਕੀਤੀ ਹੈ। ਆਪਣੀ ਜ਼ਮੀਨ ਖਰਾਬ ਕਰ ਲਈ ਆ, ਪੈਸਟੀਸਾਈਡਸ ਨਾਲ, ਹੋਰ ਚੀਜ਼ਾਂ ਨਾਲ ਦੇਸ਼ ਨੂੰ ਆਤਮ ਨਿਰਭਰ ਕਰਤਾ ਆ। ਜਿੰਨੀ ਦੇਰ ਆਰਥਿਕ ਤੌਰ ਤੇ ਦੇਸ਼ ਆਤਮ ਨਿਰਭਰ ਨਾ ਹੋਵੇ ਨਾ, ਰੋਟੀ ਆਪਣੀ ਨਾ ਹੋਵੇ, ਫੂਡ ਆਪਣਾ ਨਾ ਹੋਵੇ, ਤਾਂ ਜਿਹੜੀ ਸਿਆਸੀ ਆਜ਼ਾਦੀ ਕੱਢੀ ਰਹਿ ਜਾਂਦੀ ਹੈ ਸਿੱਧੂ ਸਾਹਿਬ, ਉਹ ਪੂਰਨ ਆਜ਼ਾਦੀ ਨਹੀਂ ਹੁੰਦੀ ਜੇ ਆਰਥਿਕ ਆਜ਼ਾਦੀ ਨਹੀਂ ਹੈ। ਇਹਨਾਂ ਨੂੰ ਕਿਸਾਨਾਂ ਨੇ ਆਜ਼ਾਦ ਕਰਵਾਇਆ ਪੂਰੀ ਤਰ੍ਹਾਂ। ਔਰ ਉਦਾਂ ਵੀ ਜਿਹੜੀ ਸਿਆਸੀ ਆਜ਼ਾਦੀ ਵੀ 1947 'ਚ ਅਸੀਂ ਲਈ ਆ, ਉਹਦੇ ਵਿੱਚ ਵੀ ਪੰਜਾਬੀਆਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਆ। ਤੇ ਹੁਣ ਗਣਤੰਤਰ ਦਿਵਸ ਆ ਰਿਹਾ, ਸੰਵਿਧਾਨ ਦੀ ਰਾਖੀ ਦਾ ਕਿਸਾਨ ਕਰ ਰਿਹਾ, ਉਹਨਾਂ ਨੂੰ ਪਰੇਡ ਕਰਨ ਤੋਂ ਰੋਕ ਰਹੇ ਆ। ਸੋ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣੇ। ਜਿੰਨੀ ਛੇਤੀ ਲੈ ਲੈਣਗੇ ਓਨਾ ਹੀ ਦੇਸ਼ ਦੇ ਹਿੱਤ ਵਿੱਚ ਤਾਂ ਹੈਗਾ ਹੀ ਹੈਗਾ, ਪੰਜਾਬ ਦੇ ਹਿੱਤ ਵਿੱਚ ਵੀ ਹੈਗਾ, ਇਹਨਾਂ ਦੇ ਹਿੱਤ ਵਿੱਚ ਵੀ ਓਨਾ ਹੀ ਆ। ਜਿੰਨੀ ਛੇਤੀ ਜਿਹੜਾ ਇਹਨਾਂ ਨੇ ਮਰਿਆ 3 ਕਾਨੂੰਨਾਂ ਦਾ ਆਪਣੇ ਗਲ 'ਚ ਪਾਇਆ ਹੋਇਆ, ਜਿੰਨੀ ਛੇਤੀ ਉਹਨੂੰ ਲਾ ਕੇ ਸਿੱਟ ਦੇਣਗੇ ਪਰੇ। ਸਰ ਮਿਹਰਬਾਨੀ। ਕੱਲ ਇੱਕ ਬਹੁਤ ਵੱਡੀ ਖਬਰ, ਇੱਕ ਮੈਂਬਰ ਪਾਰਲੀਮੈਂਟ ਅਰੁਣਾਚਲ ਚੋਂ ਆ, ਭਾਜਪਾ ਦਾ, ਭਾਰਤੀ ਜਨਤਾ ਪਾਰਟੀ ਦਾ। ਸਿੱਧੂ ਸਾਹਿਬ, ਇਹ ਬੜੀ ਸੰਜੀਦਾ ਔਰ ਸੀਰੀਅਸ ਗੱਲ ਹੈ। ਇਟਸ ਅ ਵੈਰੀ ਸੀਰੀਅਸ ਮੈਟਰ। ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ ਸਟੇਟਮੈਂਟ ਦਿੱਤੀ ਆ ਕੱਲ ਇੱਕ ਅਖਬਾਰ ਨੂੰ, ਇੱਕ ਟੀਵੀ ਚੈਨਲ ਨੂੰ, ਵੀ ਅਰੁਣਾਚਲ ਪ੍ਰਦੇਸ਼ 'ਚ, ਜਿੱਥੋਂ ਦਾ ਉਹ ਮੈਂਬਰ ਪਾਰਲੀਮੈਂਟ ਹੈ, ਉੱਥੇ 60 ਕਿਲੋਮੀਟਰ ਇੰਡੀਆ ਦੀ ਟੈਰੀਟਰੀ 'ਚ ਆ ਕੇ ਚਾਈਨਾ ਨੇ ਇੱਕ ਪਿੰਡ ਵਸਾ ਲਿਆ। ਚਾਈਨਾ ਨੇ ਭਾਰਤ ਦੀ ਟੈਰੀਟਰੀ 'ਚ ਆ ਕੇ ਇੱਕ ਪਿੰਡ ਵਸਾ ਲਿਆ ਹੈ, ਔਰ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਇਹ ਗੱਲ ਕਹਿ ਰਿਹਾ। ਔਰ ਭਾਰਤ ਦੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਲਮਕਾਰੀ, ਜਿਨ੍ਹਾਂ ਦੇ ਪੁੱਤ, ਜਿਨ੍ਹਾਂ ਦੇ ਭਰਾ, ਜਿਨ੍ਹਾਂ ਦੇ ਬੱਚੇ ਇਸ ਸਰਹੱਦਾਂ ਦੀ ਜਿਹੜੀ ਹੈਗੀ ਆ ਸੁਰੱਖਿਆ ਕਈ ਸਾਲਾਂ ਤੋਂ ਜਿਹੜੀ ਕਰ ਰਹੇ ਆ ਔਰ ਸ਼ਹੀਦ ਹੋ ਰਹੇ ਆ। ਉਹਨਾਂ 'ਚ ਵੀ ਕਿਤੇ ਨਾ ਕਿਤੇ ਦੇਸ਼ ਦੇ ਜਵਾਨਾਂ 'ਚ ਵੀ ਜਿਹੜੀ ਹੈਗੀ ਆ ਕੜਵਾਹਟ ਰੋਜ਼ਾਨਾ ਭਰ ਰਹੀ ਆ। ਕਿਉਂਕਿ ਰੋਜ਼ਾਨਾ, ਜਿਸ ਤਰ੍ਹਾਂ ਸੰਘੇੜਾ ਸਾਹਿਬ ਨੇ ਕਿਹਾ, 2 ਕਿਸਾਨਾਂ ਦੀਆਂ ਡੈਡ ਬੋਡੀਆਂ ਪਿੰਡਾਂ ਨੂੰ ਜਾ ਰਹੀਆਂ, ਜਿਨ੍ਹਾਂ ਦੇ ਬੱਚੇ ਸਰਹੱਦਾਂ ਤੇ ਬੈਠੇ। ਬੜੀ ਸੀਰੀਅਸ ਇਸ਼ੂ ਹੈ, ਬੜਾ ਸੀਰੀਅਸ ਮੈਟਰ ਹੈ। ਤੇ ਮੋਦੀ ਸਰਕਾਰ ਤੇ ਆਪਣੇ ਹੀ ਲੋਕਾਂ ਨੂੰ ਜਿਹੜਾ ਹੈ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਤੇ ਬਾਹਰਲੇ ਦੁਸ਼ਮਣ ਤਾਕਤਾਂ ਨਾਲ ਕਿਸ ਤਰ੍ਹਾਂ ਲੋਹਾ ਲਊਗੀ, ਇਹ ਇਹਨਾਂ ਨੂੰ ਸੋਚਣਾ ਪਊਗਾ। ਇਸ ਕਰਕੇ ਇਹ ਜਲਦੀ ਤੋਂ ਜਲਦੀ ਇਹ ਕਾਨੂੰਨਾਂ ਨੂੰ ਵਾਪਸ ਲੈਣ।
ਜੀ ਮਿਹਰਬਾਨੀ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਦਿੱਲੀ ਤੋਂ ਸਾਡੇ ਨਾਲ ਜਿਹੜੇ ਕਿਸਾਨ ਨੇਤਾ ਜੁੜੇ, ਸਰਵਣ ਸਿੰਘ ਪੰਦੇਰ, ਆਮ ਆਦਮੀ ਪਾਰਟੀ ਦੇ ਕਦਾਵਰ ਨੇਤਾ ਤੇ ਬੁਲਾਰੇ ਜਗਤਾਰ ਸਿੰਘੜਾ ਜੀ, ਬਲਵਿੰਦਰ ਸਿੰਘ ਕੰਗ ਜਿਹੜੇ ਕਿ ਯੁਵਾ ਨੇਤਾ ਤੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ 'ਚ ਪੂਰੀ ਤਰ੍ਹਾਂ ਕੁੱਦੇ ਹੋਏ ਹੈ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਧੰਨਵਾਦ ਦਿੰਦਾ ਹੈ। ਪਰ ਜਿਸ ਮੁੱਦੇ ਤੇ ਆ ਕੇ ਬਹਿਸ ਜਿਹੜੀ ਸਮੇਟੀ ਗਈ ਹੈ, ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ, MSP ਦੀ ਗੱਲ, ਕਿਸਾਨੀ ਹਿੱਤਾਂ ਦੇ ਨਾਲ ਜੁੜਿਆ ਮੁੱਦਾ ਹੀ ਨਹੀਂ, ਦੇਸ਼ ਦੇ ਹਿੱਤ ਨਾਲ ਜੁੜਿਆ ਮੁੱਦਾ ਹੈ। ਸਾਡੇ ਮਹਿਮਾਨਾਂ ਦੀ ਰਾਏ ਹੈ ਕਿ ਦੇਸ਼ ਦੇ ਭਲੇ ਵਿੱਚ ਹੈ ਪ੍ਰਧਾਨ ਮੰਤਰੀ ਫੌਰੀ ਤੌਰ ਤੇ ਦਖਲ ਦੇ ਕੇ ਇਹਨਾਂ ਮੁੱਦਿਆਂ ਦਾ ਹੱਲ ਕਰੇ। ਇਸ ਤੋਂ ਬਗੈਰ ਕੋਈ ਹੋਰ ਚਾਰਾ ਨਹੀਂ, ਕਿਉਂਕਿ ਸਰਵਣ ਸਿੰਘ ਪੰਦੇਰ ਜਿਹੜੇ ਕਿ ਇਸ ਡਿਬੇਟ ਦੇ ਵਿੱਚ ਕਹਿ ਗਏ ਗੱਲ ਕਿ ਬੇਸ਼ੱਕ ਕੇਂਦਰ ਜੋ ਮਰਜ਼ੀ ਸੋਚੇ ਪਰ ਇਹਨਾਂ ਮੁੱਦਿਆਂ ਤੇ ਕੋਈ ਵੀ ਕੌਮਾ ਬਿੰਦੀ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੈਂ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਫਿਰ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।